हेलो एवरीवन, दिस इज करमवीर मान एज एन आयल्स ट्रेनर। ਅੱਜ ਦੀ ਇਸ ਵੀਡੀਓ ਦੇ ਵਿੱਚ ਰਾਜੇ ਟਾਸਕ 2 ਆਇਲਸ ਰਾਈਟਿੰਗ ਟਾਸਕ 2 ਆਪਾਂ ਦੇਖਾਂਗੇ, ਸਿੱਖਾਂਗੇ ਕਿ ਕਿਵੇਂ ਕਿਵੇਂ ਆਪਾਂ ਟਾਸਕ 2 ਹੈ ਜਿਹੜਾ ਉਹਨੂੰ ਲਿਖਣਾਗਾ। ਕੀ ਸਟ੍ਰੈਟਜੀ ਹੋਣੀ ਚਾਹੀਦੀ ਆਪਣੀ ਕਿ ਆਪਾਂ 7 to 8 ਬੈਂਡ ਸਕੋਰ ਕਰ ਸਕੀਏ ਆਪਣੀ ਓਵਰਆਲ ਰਾਈਟਿੰਗ ਦੇ ਵਿੱਚ। ਟਾਸਕ 1 ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਸਮਝਾ ਚੁੱਕਿਆ, ਤਾਂ ਇਹ ਵੀਡੀਓ ਦੇ ਵਿੱਚ ਰਾਜੇ ਟਾਸਕ 2 ਕਿਹੜੀਆਂ ਕਿਹੜੀਆਂ ਚੀਜ਼ਾਂ ਨੇ, ਕਿਹੜੇ ਕਿਹੜੇ ਕੰਪੋਨੈਂਟਸ ਆ ਜਿਹੜੇ ਆਪਾਂ ਨੂੰ ਟਾਸਕ 2 ਦੇ ਵਿੱਚ ਇੰਪੋਰਟੈਂਟ ਨੇ, ਤੇ ਕੀ ਸਟ੍ਰੈਟਜੀ ਹੋਣੀ ਚਾਹੀਦੀ ਆਪਣੀ ਕਿ ਟਾਸਕ 2 ਆ ਜਿਹੜਾ ਆਪਣਾ ਉਹਦੇ ਵਿੱਚ ਆਪਾਂ ਫੁੱਲ ਹਾਈ ਬੈਂਡ ਸਕੋਰ ਕਰ ਸਕੀਏ। ਬਹੁਤ ਸਾਰੇ ਬੱਚੇ ਇਹ ਉਹਨਾਂ ਲਈ ਸਪੈਸ਼ਲ ਆ ਜੋ ਬਾਰ-ਬਾਰ ਐਗਜ਼ਾਮ ਦੇ ਕੇ ਵੀ ਆਪਣੇ ਮਨ ਚਾਹੇ ਬੈਂਡ ਨਹੀਂ ਲਿਆ ਸਕ ਰਹੇ। ਉਹਨਾਂ ਦੇ ਲਈ ਇਹ ਵੀਡੀਓ ਰਾਜੇ ਬਹੁਤ ਜ਼ਿਆਦਾ ਇੰਪੋਰਟੈਂਟ ਆ। ਸੋ ਵੀਡੀਓ ਨੂੰ ਕਲੋਜ਼ਲੀ ਫੋਲੋ ਕਰਿਓ, ਧਿਆਨ ਦੇ ਵਿੱਚ ਰੱਖਿਓ ਕਿ ਕਿਹੜੇ ਕਿਹੜੇ ਪੁਆਇੰਟ ਮੈਂ ਤੁਹਾਨੂੰ ਮੈਂਸ਼ਨ ਕਰਵਾ ਰਿਹਾ ਵੀਡੀਓ ਦੇ ਵਿੱਚ, ਤੇ ਸਾਰੀ ਵੀਡੀਓ ਨੂੰ ਆਬਜ਼ਰਵ ਕਰਨ ਤੋਂ ਬਾਅਦ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ, ਨੌਲੇਜੇਬਲ ਲੱਗੀ, ਤੁਹਾਨੂੰ ਕੋਈ ਹੈਲਪ ਮਿਲੀ ਹੈ ਤੁਹਾਡੀ ਰਾਈਟਿੰਗ ਦੇ ਵਿੱਚ। ਸੋ ਇਹ ਵੀਡੀਓ ਦੇ ਵਿੱਚ ਜੋ ਜੋ ਤੁਹਾਨੂੰ ਮੈਂ ਪੁਆਇੰਟਸ ਕਰਵਾਉਂਗਾ ਬੱਚੇ, ਫਸਟ ਆਫ ਆਲ ਤੁਹਾਨੂੰ ਮੈਂ ਸਟਰਕਚਰ ਕਰਵਾਉਂਗਾ, ਦੈਨ ਤੁਹਾਨੂੰ ਇੱਕ ਸੈਂਪਲ ਆਨਸਰ ਦੇ ਉੱਪਰ ਤੁਹਾਨੂੰ ਪ੍ਰੋਪਰ ਕਲੈਰੀਫਿਕੇਸ਼ਨ ਕਰਵਾਉਂਗਾ ਮੈਂ ਤੁਹਾਡੇ ਰਾਈਟਿੰਗ ਟਾਸਕ 2 ਦੀ। ਸੋ ਸਾਰੀ ਵੀਡੀਓ ਨੂੰ ਕਲੋਜ਼ਲੀ ਫੋਲੋ ਕਰਨਾ, ਤੇ ਜਿਨ੍ਹਾਂ ਨੇ ਹਾਲੇ ਤੱਕ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਵਾਲਾ ਬਟਨ ਦਬਾ ਕੇ ਚੈਨਲ ਨੂੰ ਸ਼ੇਅਰ ਕਰੋ ਤੇ ਮੇਰੀਆਂ ਵੀਡੀਓਜ਼ ਨੂੰ ਲਾਈਕ ਜਰੂਰ ਕਰਿਆ ਕਰੋ। ਸੋ ਚਲੋ ਵੀਡੀਓ ਵੱਲ ਚੱਲਦੇ ਹਾਂ, ਦੇਖਦੇ ਹਾਂ ਕਿ ਕੀ ਆ ਅੱਜ ਦਾ ਆਪਣਾ ਆਇਲਸ ਰਾਈਟਿੰਗ ਟਾਸਕ 2। ਸੋ ਦੇਖੋ ਰਾਜੇ, ਆਪਾਂ ਕਰਨ ਜਾ ਰਹੇ ਹਾਂ ਟਾਈਪ ਟਾਸਕ 2 ਦੀ। ਟਾਈਪ ਆਪਣੇ ਕੋਲ ਕਿਹੜੀ ਆ ਬੱਚੇ? ਐਗਰੀ ਔਰ ਡਿਸਐਗਰੀ। ਜਿਹੜੀ ਕੁਐਸਚਨ ਸਟੇਟਮੈਂਟ ਆਪਣੇ ਕੋਲੇ ਆਉਂਦੀ ਹੈ ਉਹਦੇ ਵਿੱਚ ਆਪਾਂ ਨੂੰ ਗਿਵਨ ਹੁੰਦਾ ਕਿ ਡੂ ਯੂ ਐਗਰੀ ਔਰ ਡਿਸਐਗਰੀ। ਉਹ ਸਟੇਟਮੈਂਟ, ਉਹ ਕੁਐਸਚਨ ਟਾਈਪ ਅੱਜ ਆਪਾਂ ਕਰਨ ਲੱਗੇ ਆਂਗੇ। ਹੁਣ ਉਹਦੇ ਵਿੱਚ ਫਸਟ ਮੇਨ ਪਾਰਟ ਕੀ ਹੈ ਬੱਚੇ? ਮੇਨ ਪਾਰਟ ਆਪਣਾ ਹੁੰਦਾਗਾ ਇੰਟਰੋਡਕਸ਼ਨ ਦਾ। ਇੰਟਰੋਡਕਸ਼ਨ ਨੂੰ ਕਿਸ ਵੇ ਦੇ ਵਿੱਚ ਲਿਖਣਾ, ਕੀ ਕੀ ਪਾਰਟਸ ਨੇ, ਇੰਟਰੋਡਕਸ਼ਨ ਕਿਵੇਂ ਕਿਵੇਂ ਬਣਦੀ ਹੈਗੀ, ਉਹ ਸਭ ਤੋਂ ਪਹਿਲਾ ਇੰਪੋਰਟੈਂਟ ਪਾਰਟ ਆ ਜਿਹੜਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਜਿਹੜਾ ਰਾਈਟਿੰਗ ਦੇ ਵਿੱਚ ਆਪਾਂ ਯੂਜ਼ ਕਰਦੇ ਹਾਂ ਉਹ ਹੈ ਬੱਚੇ ਆਪਣੀ ਸਟੇਟਮੈਂਟ ਨੂੰ ਰੀਫਰੇਜ਼ ਕਰਨਾ। ਰੀਫਰੇਜ਼ ਕਰਨਾ ਕੀ ਹੁੰਦਾਗਾ? ਰੀਫਰੇਜ਼ ਦਾ ਮੀਨਿੰਗ ਕੀ ਹੁੰਦਾਗਾ? ਆਪਾਂ ਸਿਨੋਨੀਮਸ ਯੂਜ਼ ਕਰ ਲੈਂਦੇ ਹੈਗੇ। ਤੇ ਥੀਸਿਸ, ਥੀਸਿਸ ਸਟੇਟਮੈਂਟ ਕੀ ਹੁੰਦੀ ਹੈ ਰਾਜੇ? ਥੀਸਿਸ ਸਟੇਟਮੈਂਟ ਹੁੰਦੀ ਹੈ ਜਿਹੜੀ ਆਪਾਂ ਨੂੰ ਕੁਐਸਚਨ ਪੁੱਛਿਆ ਗਿਆ ਹੁੰਦਾਗਾ। ਕੁਐਸਚਨ ਕੀ ਹੈਗਾ? ਐਗਰੀ ਕਰ ਰਹੇ ਆ, ਡਿਸਐਗਰੀ ਕਰ ਰਹੇ ਆ, ਉਹ ਚੀਜ਼ ਆਉਂਦੀ ਹੈ ਜਿਹੜੀ ਉਹ ਆਪਣੀ ਆਉਂਦੀ ਹੈਗੀ ਥੀਸਿਸ ਸਟੇਟਮੈਂਟ ਦੇ ਵਿੱਚ। ਰੈਸਟ ਆਪਾਂ ਜਿਹੜੀ ਕੁਐਸਚਨ ਸਟੇਟਮੈਂਟ ਹੁੰਦੀ ਹੈ ਉਹਨੂੰ ਆਪਾਂ ਰੀਫਰੇਜ਼ ਕਰਨਾ ਹੁੰਦਾਗਾ। ਟਾਸਕ 2 ਦੇ ਵਿੱਚ ਸਭ ਤੋਂ ਇੰਪੋਰਟੈਂਟ ਚੀਜ਼ ਆ ਇਹ ਆਪਣੀ ਸਟੇਟਮੈਂਟ ਨੂੰ ਰੀਫਰੇਜ਼ ਕਰਨਾ। ਇੰਟਰੋਡਕਸ਼ਨ ਤੇ ਥੀਸਿਸ ਆ, ਇਹਨਾਂ ਨੂੰ ਮਿਲਾ ਕੇ ਟੋਟਲ ਜਦੋਂ ਆਪਾਂ ਰੀਫਰੇਜ਼ ਕਰਾਂਗੇ ਸਟੇਟਮੈਂਟ ਨੂੰ ਪਲੱਸ ਥੀਸਿਸ ਲਾਈਨ ਲਿਖਾਂਗੇ ਤਾਂ ਇਹਦੇ ਆਪਾਂ ਨੂੰ ਪੁਆਇੰਟ 5 ਬੈਂਡ ਮਿਲਦੇ ਨੇਗੇ। ਸੋ ਇੰਟਰੋਡਕਸ਼ਨ ਇੱਕ ਸਿੰਪਲ ਜੀ ਚੀਜ਼ ਹੈ, ਜਿਹੜੀ ਸਟੇਟਮੈਂਟ ਆਪਾਂ ਨੂੰ ਗਿਵਨ ਆ ਉਹਨੂੰ ਰੀਫਰੇਜ਼ ਕਰੋ, ਜਿਹੜੀ ਕੁਐਸਚਨ ਪੁੱਛਿਆ ਉਹਨੂੰ ਆਪਾਂ ਥੀਸਿਸ ਸਟੇਟਮੈਂਟ ਕਹਿ ਦਿੰਦੇ ਆਂਗੇ। ਜਿਹੜਾ ਕਿ ਉਹ ਪੁੱਛਦੇ ਹੁੰਦੇ ਆ ਡੂ ਯੂ ਐਗਰੀ ਔਰ ਡਿਸਐਗਰੀ, ਉਹਨੂੰ ਆਪਾਂ ਕੀ ਕਹਿੰਦੇ ਹੁੰਦੇ ਆ? ਥੀਸਿਸ ਸਟੇਟਮੈਂਟ। ਉਹ ਜਿਹੜੀ ਆਪਾਂ ਐਕਸਪਲੇਨ ਕਰਕੇ ਲਿਖਦੇ ਆਂਗੇ ਕਿ ਯੈਸ ਆਈ ਐਮ ਐਗਰੀ ਵਿਦ ਦਿਸ ਨੋਸ਼ਨ ਜਾਂ ਯੈਸ ਆਈ ਐਮ ਡਿਸਐਗਰੀ ਵਿਦ ਦਿਸ ਨੋਸ਼ਨ, ਉਹ ਚੀਜ਼ ਹੈ। ਨੈਕਸਟ ਬੱਚੇ ਆਪਣਾ ਆਉਂਦਾਗਾ ਬੋਡੀ ਪੈਰਾਗ੍ਰਾਫ 1, ਬੋਡੀ ਪੈਰਾਗ੍ਰਾਫ 2। ਹੁਣ ਬੋਡੀ ਪੈਰਾਗ੍ਰਾਫ 1 ਦੇ ਵਿੱਚ ਹੁੰਦਾ ਕੀ ਆ ਬੱਚੇ? ਕਿਵੇਂ ਆਪਾਂ ਬੋਡੀ ਪੈਰਾਗ੍ਰਾਫ 1 ਲਿਖਣਾ, ਬੋਡੀ ਪੈਰਾਗ੍ਰਾਫ 2 ਨੂੰ ਪ੍ਰੋਪਰਲੀ ਰਾਈਟ ਡਾਊਨ ਕਰਨਾਗਾ। ਫਸਟ ਇੰਪੋਰਟੈਂਟ ਚੀਜ਼ ਹੁੰਦੀ ਹੈ ਬੱਚੇ ਆਪਣੀ ਟਾਸਕ ਸਟੇਟਮੈਂਟ। ਟਾਸਕ ਸਟੇਟਮੈਂਟ ਤੋਂ ਮੀਨਿੰਗ ਕੀ ਹੋ ਗਿਆ ਕਿ ਜੇ ਤੁਸੀਂ ਐਗਰੀ ਕਰ ਰਹੇ ਹੋ ਤਾਂ ਐਗਰੀ ਕਿਉਂ ਕਰ ਰਹੇ ਹੋ, ਜੇਕਰ ਤੁਸੀਂ ਡਿਸਐਗਰੀ ਕਰ ਰਹੇ ਹੋ ਤਾਂ ਡਿਸਐਗਰੀ ਕੀ ਰੀਜ਼ਨ ਕਰਕੇ ਕਰ ਰਹੇ ਹੋ, ਤਾਂ ਉਹ ਆਉਂਦੀ ਹੈ ਆਪਣੀ ਟਾਸਕ ਸਟੇਟਮੈਂਟ। ਹੁਣ ਟਾਸਕ ਸਟੇਟਮੈਂਟ ਤੋਂ ਬਾਅਦ ਆਉਂਦਾ ਬੱਚੇ ਐਕਸਪਲੇਨ ਕਰੋ ਉਹਨੂੰ। ਇਹ 4 ਪਾਰਟਸ ਨੇਗੇ ਬੋਡੀ ਪੈਰਾਗ੍ਰਾਫ 1 ਦੇ। ਚਾਰੋਂ ਪਾਰਟਸ ਨੂੰ ਆਪਾਂ ਕੰਪਲੀਟਲੀ ਅੱਜ ਅੰਡਰਸਟੈਂਡ ਕਰਾਂਗੇ। ਸੈਕਿੰਡ ਪਾਰਟ ਤੇ ਆਉਂਦਾ ਐਕਸਪਲੇਨ, ਕਿ ਜਿਹੜੀ ਟਾਸਕ 1 ਸਟੇਟਮੈਂਟ ਆਪਾਂ ਦਿੱਤੀ ਆ, ਟਾਸਕ ਸਟੇਟਮੈਂਟ 1 ਜਿਹੜੀ ਆਪਾਂ ਮੈਂਸ਼ਨ ਕਰ ਰਹੇ ਹਾਂਗੇ ਉਹਨੂੰ ਆਪਾਂ ਐਕਸਪਲੇਨ ਕਰਨਾਗਾ। ਐਕਸਪਲੇਨ ਕਰਨ ਦੇ ਲਈ ਕਨੈਕਟਰਸ ਯੂਜ਼ ਕਰੋ, ਕੁਝ ਵੀ ਯੂਜ਼ ਕਰੋ, ਉਹਨੂੰ ਪ੍ਰੋਪਰਲੀ ਐਕਸਪਲੇਨ ਕਰੋ। ਦੈਨ ਆਪਾਂ ਇੱਕ ਐਡ ਕਰਨੀ ਆ ਉਹਦੀ ਐਗਜ਼ਾਮਪਲ। ਤੇ ਐਗਜ਼ਾਮਪਲ ਗੱਲ ਯਾਦ ਰੱਖਿਓ ਕਦੇ ਵੀ ਸੱਚ ਨਹੀਂ ਹੁੰਦੀ। ਕੋਈ ਵੀ ਐਗਜ਼ਾਮਪਲ ਜਿਹੜੀ ਤੁਹਾਡੇ ਅਕੋਰਡਿੰਗਲੀ ਤੁਹਾਨੂੰ ਟਾਸਕ 2 ਦੇ ਵਿੱਚ ਫਿੱਟ ਬੈਠਦੀ ਹੈ ਆਪਾਂ ਉਹ ਐਗਜ਼ਾਮਪਲ ਇੱਥੇ ਮੈਂਸ਼ਨ ਕਰਾਂਗੇ। ਨੈਕਸਟ ਆਉਂਦਾ ਬੱਚੇ ਉਹਦਾ ਰਿਜ਼ਲਟ ਤੇ ਇਫੈਕਟ, ਕਿ ਜੇ ਆਪਾਂ ਸਟੇਟਮੈਂਟ ਦੇ ਰਹੇ ਹਾਂ ਉਹਨੂੰ ਐਕਸਪਲੇਨ ਕਰ ਰਹੇ ਹਾਂ, ਐਗਜ਼ਾਮਪਲ ਦੇ ਰਹੇ ਹਾਂ, ਉਹਦਾ ਰਿਜ਼ਲਟ ਕੀ ਆ, ਉਹਦਾ ਇਫੈਕਟ ਕੀ ਪੈ ਰਿਹਾ ਹੈਗਾ, ਉਹ ਚੀਜ਼ ਆਪਣੀ ਆਉਂਦੀ ਹੈ ਰਿਜ਼ਲਟ ਤੇ ਇਫੈਕਟ ਦੇ ਵਿੱਚ। ਦੈਨ ਬੋਡੀ ਪੈਰਾਗ੍ਰਾਫ 2, ਜੇਕਰ ਇਹਦੇ ਵਿੱਚ ਆਪਾਂ ਡਿਸਐਗਰੀ ਕਰ ਰਹੇ ਹਾਂਗੇ, ਡਿਸਐਗਰੀ ਦੇ ਨਾਲ ਆਪਾਂ ਕਿਹੜੀ ਆ ਟਾਸਕ ਸਟੇਟਮੈਂਟ 2 ਲਿਖਣੀ ਹੈ ਕਿ ਕਿਉਂ ਅਸੀਂ ਡਿਸਐਗਰੀ ਕਰ ਰਹੇ ਹਾਂ, ਉਹਨੂੰ ਦੈਨ ਅਗੇਨ ਆਪਾਂ ਐਕਸਪਲੇਨ ਕਰਨਾਗਾ, ਡਿਟੇਲ ਦੱਸਣੀ ਆ ਉਹ ਚੀਜ਼ ਦੀ ਕਿ ਕਿਉਂ ਅਸੀਂ ਡਿਸਐਗਰੀ ਹੋ ਰਹੇ ਹਾਂ। ਦੈਨ ਉਹਦੀ ਵੀ ਐਗਜ਼ਾਮਪਲ ਐਡ ਕਰਾਂਗੇ, ਦੈਨ ਰਿਜ਼ਲਟ ਔਰ
ਇਫੈਕਟ, ਰਿਜ਼ਲਟ ਦੇ ਇਫੈਕਟ ਐਡ ਕਰਨਾ ਉਹਦੇ ਵਿੱਚ ਆਪਾਂ ਕਿ ਕਿਹੜੀ ਚੀਜ਼ ਕਿਉਂ ਹੋਈ ਤੇ ਉਹਦਾ ਰਿਜ਼ਲਟ ਕੀ ਨਿਕਲਿਆ। ਸੋ ਇਹਦੇ ਰਾਜੇ BP1 ਦੇ ਆਪਾਂ ਨੂੰ ਮਿਲਦੇ ਹੈਗੇ 2.5 ਬੈਂਡ, ਦੈਨ ਇਹਦੇ BP ਪੈਰਾਗ੍ਰਾਫ 2 ਦੇ ਵੀ 2.5। ਇਹ ਹੋ ਗਿਆ ਆਪਣੇ ਕੋਲੇ 2.5 ਤੇ 2.5 5, 5.5 ਬੈਂਡ ਦੀ ਆਪਣੀ ਇੰਟਰੋਡਕਸ਼ਨ ਤੇ BP ਪੈਰਾਗ੍ਰਾਫਸ ਹੋ ਗਏ। ਥਰਡ ਪਾਰਟ ਜਿਹੜਾ ਇੰਪੋਰਟੈਂਟ ਆ ਰਾਜੇ ਉਹ ਕੀ ਆ ਆਪਣਾ ਕਨਕਲੂਜਨ। ਕਨਕਲੂਜਨ ਦੇ ਵਿੱਚ ਕੀ ਆਉਂਦਾਗਾ, ਕਨਕਲੂਜਨ ਦੇ ਵਿੱਚ ਆਪਾਂ ਕੀ ਲਿਖਣਾ ਹੁੰਦਾ ਬੱਚੇ, ਆ ਸਭ ਤੋਂ ਸਟਾਰਟਿੰਗ ਵਰਡ ਆ ਕਨਕਲੂਜਨ ਦੇ ਵਿੱਚ। ਉਹਦੇ ਵਿੱਚ ਆਪਾਂ ਟਾਸਕ ਸਟੇਟਮੈਂਟ 1 ਤੇ ਟਾਸਕ ਸਟੇਟਮੈਂਟ 2 ਦੋਨਾਂ ਨੂੰ ਰੀਫਰੇਜ਼ ਕਰਕੇ ਲਿਖਣਾ ਹੁੰਦਾਗਾ। ਜਿਹੜੀ ਟਾਸਕ ਸਟੇਟਮੈਂਟ 1 ਆਪਾਂ ਲਿਖ ਰਹੇ ਹਾਂ, ਟਾਸਕ ਸਟੇਟਮੈਂਟ 2 ਆਪਾਂ ਲਿਖ ਰਹੇ ਹਾਂ, ਉਹਨਾਂ ਨੂੰ ਸੇਮ ਨਹੀਂ ਲਿਖਣਾ, ਉਹਨਾਂ ਨੂੰ ਰੀਫਰੇਜ਼ ਕਰਕੇ ਆਪਾਂ ਕਨਕਲੂਜਨ ਦੇ ਵਿੱਚ ਐਡ ਕਰਨਾ ਹੁੰਦਾਗਾ ਉਹ ਸਟੇਟਮੈਂਟ ਨੂੰ। ਤਾਂ ਆਪਾਂ ਨੂੰ ਕਨਕਲੂਜਨ ਦੇ ਕਿੰਨੇ ਬੈਂਡ ਮਿਲਦੇ ਨੇ 0.5, ਦੈਨ 5 ਪੁਆਇੰਟਸ ਆ ਗਏ ਆਪਣੇ BP ਪੈਰਾਗ੍ਰਾਫਸ ਦੇ, ਦੈਨ ਆਪਣੇ ਕੋਲੇ 0.5 ਬੈਂਡ ਆ ਗਏ ਇੰਟਰੋਡਕਸ਼ਨ ਦੇ। ਟੋਟਲ ਆਪਣਾ ਹੋ ਗਿਆ ਇਹ 6 ਬੈਂਡਸ ਦਾ, 6 ਬੈਂਡ ਦਾ ਆਪਣਾ ਰਾਈਟਿੰਗ ਟਾਸਕ 2 ਹੁੰਦਾਗਾ। ਹੁਣ ਬੱਚੇ ਮੂਵਿੰਗ ਔਨ ਟੂ ਕਨੈਕਟਰਸ ਕਿ ਸਰ ਕਨੈਕਟਰਸ ਕਿਹੜੇ ਯੂਜ਼ ਕਰੀਏ, ਕਨੈਕਟਰਸ ਦੇ ਵਿੱਚ ਸਾਨੂੰ ਪ੍ਰੋਬਲਮ ਆਉਂਦੀ ਆ। ਹੁਣ ਕਨੈਕਟਰ ਆਪਾਂ ਦੇਖਾਂਗੇ ਬੱਚੇ ਕਿ ਕਿਹੜੇ ਕਿਸ ਵੇ ਦੇ ਵਿੱਚ ਯੂਜ਼ ਕਰਨੇ ਆ। ਹੁਣ ਤੁਸੀਂ ਟਾਸਕ 1 ਸ਼ੁਰੂ ਕਰ ਰਹੇ ਹੋ, ਟਾਸਕ 1 ਦੇ ਵਿੱਚ ਤੁਸੀਂ ਕਿਹੜੇ ਕਿਹੜੇ ਕਨੈਕਟਰ ਲਾਉਣੇ ਆ, ਕਿਹੜੀਆਂ ਸਟਾਰਟਿੰਗ ਲਾਈਨਸ ਆ। ਜੇ ਤੁਸੀਂ ਸਟਾਰਟ ਕਰ ਰਹੇ ਹੋ ਤਾਂ ਕੀ ਆ ਜਾਊਗਾ, ਫਸਟ ਕੀ ਆ ਗਿਆ ਟੂ ਕਮੈਂਸ ਵਿਦ, ਇਹ ਆ ਗਿਆ ਕਮੈਂਸ ਵਿਦ ਕੀ ਟੂ ਸਟਾਰਟ ਵਿਦ, ਕਮੈਂਸਿੰਗ ਵਿਦ। ਇਹ ਸੇਮ ਆਪਣੇ ਕੋਲੇ ਕਨੈਕਟਰ ਆ ਟਾਸਕ 1 ਦਾ ਟਾਸਕ 2 ਦਾ BP ਪੈਰਾਗ੍ਰਾਫ 1 ਸਟਾਰਟ ਕਰਨ ਦੇ ਲਈ, ਟਾਸਕ ਸਟੇਟਮੈਂਟ 1 ਨੂੰ ਲਿਖਣ ਦੇ ਲਈ ਕਿ ਟੂ ਕਮੈਂਸ ਵਿਦ ਜਾਂ ਕਮੈਂਸਿੰਗ ਵਿਦ, ਟੂ ਸਟਾਰਟ ਵਿਦ। ਦੈਨ ਨੈਕਸਟ ਆਪਣੇ ਕੋਲੇ ਕੀ ਸੀਗਾ, ਆਪਾਂ ਕੀ ਐਡ ਕਰਨਾ ਸੀਗਾ ਉਹਦੇ ਵਿੱਚ, ਐਕਸਪਲੇਨ ਕਰਨਾ ਸੀਗਾ ਆਪਾਂ। ਐਕਸਪਲੇਨ ਕਰਨ ਦੇ ਵਿੱਚ ਉਹਦੇ ਚ ਕੀ ਆ ਜਾਊਗਾ ਟੂ ਇਲੈਬੋਰੇਟ ਇਟ। ਆਪਾਂ ਜਿਹੜਾ 1 ਦੇ ਵਿੱਚ ਉਹਨੂੰ ਕੀ ਕਰ ਸਕਦੇ ਆ ਟੂ ਇਲੈਬੋਰੇਟ ਇਟ, ਐਕਸਪਲੇਨ ਦੇ ਜਗ੍ਹਾ ਤੇ ਇਹ ਆਪਾਂ ਕਨੈਕਟਰ ਯੂਜ਼ ਕਰਨਾਗਾ ਟੂ ਇਲੈਬੋਰੇਟ ਇਟ। ਦੈਨ ਆਪਣੇ ਕੋਲ ਆ ਰਿਹਾ ਬੱਚੇ ਐਗਜ਼ਾਮਪਲ, ਕਿ ਐਗਜ਼ਾਮਪਲ ਦੇ ਲਈ ਆਪਾਂ ਕੀ ਐਡ ਕਰਨਾ, ਤੁਸੀਂ ਐਡ ਕਰ ਲਓ ਫॉर ਇੰਸਟੈਂਸ। ਜਿੱਥੇ ਆਪਾਂ ਐਗਜ਼ਾਮਪਲ ਦੇਣੀ ਆ ਉੱਥੇ ਤੁਸੀਂ ਯੂਜ਼ ਕਰ ਲਓ ਫॉर ਇੰਸਟੈਂਸ। ਦੈਨ ਜੇ ਆਪਾਂ ਰਿਜ਼ਲਟ ਮੈਂਸ਼ਨ ਕਰਨਾ ਉੱਥੇ ਥਰਜ਼ ਆ ਜਾਂਦਾਗਾ, ਐਗਰੋ ਵਰਡ ਆ ਜਾਂਦਾ। ਇਹਨੂੰ ਆਪਾਂ ਯੂਜ਼ ਕਰਦੇ ਆ ਰਾਜੇ ਜਿੱਥੇ ਆਪਾਂ ਰਿਜ਼ਲਟ ਮੈਂਸ਼ਨ ਕਰਨਾ ਹੁੰਦਾ ਕਿਸੇ ਚੀਜ਼ ਦਾ। ਜਿਹੜਾ ਆਪਾਂ ਟਾਸਕ 1 ਦੇ ਵਿੱਚ ਟਾਸਕ ਸਟੇਟਮੈਂਟ 1 ਲਿਖਾਂਗੇ, ਉਹਦੀ ਐਗਜ਼ਾਮਪਲ ਲਿਖਾਂਗੇ, ਉਹਨੂੰ ਐਕਸਪਲੇਨ ਕਰਾਂਗੇ, ਤਾਂ ਉਹਦਾ ਕੀ ਜਿਹੜਾ ਰਿਜ਼ਲਟ ਤੇ ਇਫੈਕਟ ਆ ਉਹਦੇ ਲਈ ਆਪਣੇ ਜਿਹੜੇ ਕਨੈਕਟਰ ਨੇ ਉਹ ਇਹ ਆ ਜਾਣਗੇ। ਐਗਜ਼ਾਮਪਲ ਐਡ ਕਰਨ ਦੇ ਲਈ ਆਪਣੇ ਕੋਲੇ ਕਨੈਕਟਰ ਜਿਹੜੇ ਉਹ ਇਹ ਵਾਲੇ ਆ ਜਾਣਗੇ। ਆਪਾਂ ਸਟੇਟਮੈਂਟ ਨੂੰ ਐਕਸਪਲੇਨ ਕਰਨਾ ਤਾਂ ਆਪਣੇ ਕੋਲੇ ਆਹ ਵਾਲੇ ਆ ਜਿਹੜੇ ਕਨੈਕਟਰ ਆ ਜਾਣਗੇ ਉਹਦੇ ਵਿੱਚ। ਤੇ ਸਟਾਰਟ ਕਰਨਾਗਾ ਆਪਾਂ ਉਹਦੇ ਲਈ ਕੀ ਆ ਗਿਆ ਟੂ ਕਮੈਂਸ ਵਿਦ, ਇਹ ਸਟੇਟਮੈਂਟ ਆ ਗਈਆਂ ਨੇ। ਹੁਣ ਨੈਕਸਟ ਆ ਬੱਚੇ, ਜੇ ਆਪਾਂ BP ਪੈਰਾਗ੍ਰਾਫ 2 ਸ਼ੁਰੂ ਕਰ ਰਹੇ ਹਾਂ ਤਾਂ ਉਹਦੇ ਵਿੱਚ ਆਪਾਂ ਸੇਮ ਕਨੈਕਟਰ ਜਿਹੜੇ ਉਹ ਨਹੀਂ ਯੂਜ਼ ਕਰਨੇ। ਜੇ ਆਪਾਂ ਸੇਮ ਕਨੈਕਟਰ ਯੂਜ਼ ਕਰਤੇ ਤਾਂ ਉਸੇ ਟਾਈਮ ਆਪਣੇ ਬੈਂਡ ਆ ਜਿਹੜੇ ਉਹ ਨੀਚੇ ਆ ਜਾਣਗੇ। ਸੋ ਵੈਰਾਈਟੀ ਆਫ ਕਨੈਕਟਰਸ ਲਰਨ ਕਰੋ। ਹੁਣ ਟਾਸਕ ਸਟੇਟਮੈਂਟ 2 ਮਤਲਬ BP ਪੈਰਾਗ੍ਰਾਫ 2 ਲਿਖਣ ਦੇ ਲਈ ਕਿਹੜੇ ਕਿਹੜੇ ਵਰਡਸ ਯੂਜ਼ ਹੋਣੇ ਆ, ਕਿਹੜੇ ਕਨੈਕਟਰ ਯੂਜ਼ ਹੋਣੇ ਉਹ ਆਪਾਂ ਦੇਖਾਂਗੇ। ਇਹਦੇ ਵਿੱਚ ਤੁਸੀਂ ਕਰ ਸਕਦੇ ਹੋ ਬੱਚੇ ਮੂਵਿੰਗ ਫਰਦਰ, ਮੂਵਿੰਗ ਫਰਦਰ ਸਟਾਰਟ ਕਰ ਲਓ ਵੀ ਲਓ ਜੀ ਹੁਣ ਮੈਂ ਇਹਦੇ ਚ ਕੀ ਆ ਗਿਆ ਮੂਵਿੰਗ ਫਰਦਰ ਦਾ, ਕਿ ਲਓ ਜੀ ਹੁਣ ਮੈਂ ਟਾਸਕ ਸਟੇਟਮੈਂਟ 2 ਤੇ ਪਹੁੰਚ ਗਿਆਗਾ। ਤਾਂ ਇਹ ਮੂਵਿੰਗ ਫਰਦਰ ਆ ਗਿਆ ਕਿ ਟਾਸਕ ਸਟੇਟਮੈਂਟ 2 ਐਕਸਪਲੇਨ ਕਰ ਰਿਹਾਗਾ ਮੈਂ। ਜਿੱਥੇ ਸੀ ਟੂ ਕਮੈਂਸ ਵਿਦ ਉਹ ਆ ਗਿਆ ਲਓ ਜੀ ਮੈਂ ਪਹਿਲੀ ਸਟੇਟਮੈਂਟ ਐਕਸਪਲੇਨ ਕਰਨ ਲੱਗਿਆਗਾ। ਸੋ ਇਹਦੇ ਟਾਸਕ ਸਟੇਟਮੈਂਟ 2 ਦੇ ਲਈ ਕੀ ਆ ਜਾਊਗਾ ਮੂਵਿੰਗ ਫਰਦਰ। ਹੁਣ ਮੂਵਿੰਗ ਫਰਦਰ ਤੋਂ ਬਾਅਦ ਆਪਾਂ ਐਗਜ਼ਾਮਪਲ ਐਕਸਪਲੇਨ ਕਰਨਾ, ਆਪਾਂ ਇੱਧਰ ਕੀ ਲਿਖ ਲਿਆ ਟੂ ਇਲੈਬੋਰੇਟ ਇਟ, ਇੱਧਰ ਕੀ ਲਿਖ ਲਓ ਟੂ ਐਕਸਪਲੇਨ ਇਟ ਮੋਰ, ਵਰਡ ਆਪਾਂ ਯੂਜ਼ ਕਰ ਲਿਆ ਟੂ ਐਕਸਪਲੇਨ ਇਟ ਮੋਰ। ਦੈਨ ਆਪਾਂ ਥਰਡ ਫੇਰ ਆਪਣੇ ਕੋਲੇ ਐਕਸਪਲੇਨ ਦੇ ਲਈ ਆਪਾਂ ਨੂੰ ਕਨੈਕਟਰ ਦਾ ਪਤਾ ਲੱਗ ਗਿਆ। ਦੈਨ ਆਪਾਂ ਲਿਖਣਾ ਐਗਜ਼ਾਮਪਲ ਦੇ ਲਈ, ਐਗਜ਼ਾਮਪਲ ਦੇ ਲਈ ਅੱਜ ਲਿਖ ਲਓ ਟੇਕ ਐਨ ਐਗਜ਼ਾਮਪਲ, ਟੇਕ ਐਨ ਐਗਜ਼ਾਮਪਲ, ਫॉर ਇੰਸਟੈਂਸ, ਫॉर ਐਗਜ਼ਾਮਪਲ। ਕੋਈ ਵੀ ਵਰਡ ਆ ਜਿਹੜਾ ਕੋਈ ਵੀ ਕਨੈਕਟਰ ਤੁਸੀਂ ਇੱਥੇ ਯੂਜ਼ ਕਰ ਸਕਦੇ ਹੋਗੇ। ਇਹਦੇ ਨਾਲ ਹੀ ਵੈਰਾਈਟੀ ਆਫ ਕਨੈਕਟਰਸ ਦੇ ਨਾਲ ਹੀ ਆਪਣੇ ਬੈਂਡ ਸਕੋਰ ਆ ਜਿਹੜੇ ਉਹ ਅਪ ਹੋਣਗੇ। ਦੈਨ ਨੈਕਸਟ ਇਹਦੇ ਵਿੱਚ ਆ ਗਿਆ ਹੁਣ ਆਪਾਂ ਰਿਜ਼ਲਟ ਮੈਂਸ਼ਨ, ਐਗਜ਼ਾਮਪਲ ਦਾ ਵੀ ਹੋ ਗਿਆ। ਹੁਣ ਰਿਜ਼ਲਟ ਮੈਂਸ਼ਨ ਕਰਾਂਗੇ। ਰਿਜ਼ਲਟ ਮੈਂਸ਼ਨ ਕਰਨ ਦੇ ਲਈ ਰਾਜੇ ਵਰਡ ਆ ਜਾਂਦਾਗਾ ਕੌਨਸੀਕੁਐਂਟਲੀ, ਇਹ ਵਰਡ ਆਪਾਂ ਰਿਜ਼ਲਟ ਦੀ ਜਗ੍ਹਾ ਮੈਂਸ਼ਨ ਕਰ ਸਕਦੇ ਹਾਂਗੇ। ਸੋ ਇਹਦੇ ਵਿੱਚ ਦੇਖੋ
मूविंग फर्दर आ गया टास्क स्टेटमेंट 2 ਨੂੰ ਸਟਾਰਟ ਕਰਨ ਦੇ ਲਈ। ਦੈਨ ਆ ਗਿਆ ਟੂ ਐਕਸਪਲੇਨ ਇਟ ਮੋਰ। ਐਕਸਪਲੇਨ ਇਟ ਮੋਰ ਕਿਹਦੀ ਜਗ੍ਹਾ ਆ ਗਿਆ, ਜਿੱਥੇ ਆਪਾਂ ਸਟੇਟਮੈਂਟ ਨੂੰ ਐਕਸਪਲੇਨ ਕਰ ਰਹੇ ਹਾਂਗੇ। ਦੈਨ ਟੇਕ ਐਨ ਐਗਜ਼ਾਮਪਲ, ਜਿੱਥੇ ਆਪਾਂ ਕੋਈ ਐਗਜ਼ਾਮਪਲ ਐਡ ਕਰਨੀ ਹੈਗੀ। ਦੈਨ ਰਿਜ਼ਲਟ ਤੇ ਇਫੈਕਟ, ਰਿਜ਼ਲਟ ਤੇ ਇਫੈਕਟ ਲਈ ਇਧਰ ਵਰਡ ਕੀ ਆ ਗਿਆ, ਕੌਨਸੀਕੁਐਂਟਲੀ। ਸੋ ਇਹ ਕਨੈਕਟਰਸ ਸੀਗੇ ਰਾਜੇ BP1 ਦੇ, BP1 ਦੇ ਲਈ ਇਹ ਵਾਲੇ, BP2 ਦੇ ਲਈ ਇਹ ਵਾਲੇ ਕਨੈਕਟਰਸ ਆ ਜਿਹੜੇ ਆਪਾਂ ਯੂਜ਼ ਕਰ ਸਕਦੇ ਹਾਂਗੇ, ਤਾਂ ਕਿ ਆਪਣੀ ਰੈਪੀਟੇਸ਼ਨ ਨਾ ਹੋਵੇ, ਆਪਾਂ ਇੱਕ ਕੰਪਲੈਕਸ ਸਟਰਕਚਰ ਆਪਾਂ ਦੇ ਦਈਏ ਆਪਣੀ ਰਾਈਟਿੰਗ ਟਾਸਕ 2 ਨੂੰ। ਸੋ ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਕਲੀਅਰ ਹੋ ਗਈਆਂ ਹੋਣਗੀਆਂ ਬੱਚੇ ਕਿ ਕਿਸ ਵੇ ਦੇ ਵਿੱਚ ਆਪਾਂ ਕਿਹੜੇ ਕਿਹੜੇ ਕਨੈਕਟਰ ਯੂਜ਼ ਕਰਨੇ ਆ, ਕਿਹੜੇ ਕਿਹੜੇ ਵਰਡਸ ਯੂਜ਼ ਕਰਨੇ ਆ। ਹੁਣ ਮੋਸਟ ਇੰਪੋਰਟੈਂਟ ਚੀਜ਼ ਕੀ ਸੀਗੀ ਉਹ ਆਪਾਂ ਦੇਖੀ ਸੀ ਕਿ ਇਹਦੇ ਵਿੱਚ ਆਪਾਂ ਰੀਫਰੇਜ਼ ਕਰਨਾਗਾ ਸਟੇਟਮੈਂਟ ਨੂੰ। ਰੀਫਰੇਜ਼ ਕਿਵੇਂ ਹੁੰਦਾਗਾ, ਜਿੱਥੇ ਆਪਾਂ ਸਿਨੋਨੀਮਸ ਐਡ ਕਰਦੇ ਹੁੰਦੇ ਆਂਗੇ। ਟਾਸਕ ਸਟੇਟ ਜਿਹੜੀ ਆਪਾਂ ਨੂੰ ਕੁਐਸਚਨ ਗਿਵਨ ਹੁੰਦਾ ਉਹਦੇ ਵਿੱਚ ਸਿਨੋਨੀਮ ਐਡ ਕਰਦੇ ਆਂਗੇ, ਆਪਣੀ ਲੈਂਗੁਏਜ ਦੇ ਵਿੱਚ ਉਹਨੂੰ ਆਪਾਂ ਰਾਈਟ ਡਾਊਨ ਕਰਦੇ ਆਂ ਆਪਣੇ ਐਗਜ਼ਾਮ ਦੇ ਵਿੱਚ। ਉਸ ਤੋਂ ਬਾਅਦ ਆਉਂਦੀ ਆ ਥੀਸਿਸ ਸਟੇਟਮੈਂਟ, ਕਿ ਥੀਸਿਸ ਤੁਸੀਂ ਐਗਰੀ ਹੋ ਡਿਸਐਗਰੀ ਹੋ, ਜੋ ਵੀ ਤੁਹਾਡੇ ਓਪੀਨੀਅਨ ਆ ਉਹ ਆਪਾਂ ਉਹਦੇ ਵਿੱਚ ਥੀਸਿਸ ਸਟੇਟਮੈਂਟ ਦੇ ਵਿੱਚ ਐਡ ਕਰ ਦਿੰਦੇ ਆਂਗੇ। ਹੁਣ ਤੁਹਾਨੂੰ ਇੱਕ ਐਗਜ਼ਾਮਪਲ ਲੈ ਕੇ ਬੱਚੇ, ਪ੍ਰੋਪਰ ਐਗਜ਼ਾਮਪਲ ਲੈ ਕੇ ਮੈਂ ਤੁਹਾਨੂੰ ਸਮਝਾਉਂਗਾ ਕਿ ਕਿਸ ਵੇ ਦੇ ਵਿੱਚ ਆਪਾਂ ਟਾਸਕ 2 ਲਿਖ ਸਕਦੇ ਹਾਂਗੇ, ਕੀ ਆਪਣੇ ਸੈਂਪਲ ਆਨਸਰ ਕਿਹੜੇ ਕਿਹੜੇ ਵਰਡ ਆਪਾਂ ਯੂਜ਼ ਕਰਨੇ ਆ। ਸੋ ਦੇਖੋ ਐਗਜ਼ਾਮਪਲ ਦੇਖੋ ਬੱਚੇ, ਇੱਕ ਸਟੇਟਮੈਂਟ ਲੈ ਲਈ ਆਪਾਂ। ਸਟੇਟਮੈਂਟ ਕੀ ਹੈਗੀ ਕਿ ਸਮ ਪੀਪਲ ਆਰਗਿਊ ਡੈਟ ਟੈਕਨੋਲੋਜੀਕਲ ਇਨਵੈਂਸ਼ਨ, ਵੀ ਕਈ ਲੋਕ ਆ ਜਿਹੜੇ ਉਹ ਆਰਗਿਊ ਕਰਦੇ ਨੇ ਵੀ ਜਿਹੜੀਆਂ ਟੈਕਨੋਲੋਜੀ ਦੇ ਵਿੱਚ ਇਨਵੈਂਸ਼ਨਸ ਹੋ ਰਹੀਆਂ ਨੇ, ਟੈਕਨੋਲੋਜੀਕਲ ਇਨਵੈਂਸ਼ਨਸ ਸੱਚ ਐਜ਼ ਮੋਬਾਈਲ ਫੋਨਸ, ਕਿ ਜਿਵੇਂ ਕਿ ਮੋਬਾਈਲ ਫੋਨਸ ਆਰ ਮੇਕਿੰਗ ਪੀਪਲ ਸੋਸ਼ਲੀ ਲੈਸ ਇੰਟਰੈਕਟਿਵ, ਕਿ ਜਿਹੜੇ ਟੈਕਨੋਲੋਜੀਕਲ ਗੈਜਟਸ ਆ ਰਹੇ ਆ, ਟੈਕਨੋਲੋਜੀਕਲ ਇਨੋਵੇਸ਼ਨਸ ਆ ਰਹੀਆਂ ਨੇ, ਪ੍ਰੋਪਰਲੀ ਆਪਾਂ ਤੁਹਾਨੂੰ ਅੰਡਰਲਾਈਨ ਕਰਕੇ ਸਮਝਾਉਣਾ ਮੈਂ ਇਹ ਚੀਜ਼ ਨੂੰ, ਕਿ ਕਈ ਲੋਕ ਸਮ ਪੀਪਲ ਆਰਗਿਊ, ਇਹ ਤੇ ਡਿਬੇਟ ਹੁੰਦੀ ਆ, ਆਰਗਿਊ ਕਰਦੇ ਨੇ ਕਿ ਜਿਹੜੇ ਟੈਕਨੋਲੋਜੀਕਲ ਇਨਵੈਂਸ਼ਨਸ ਆ, ਟੈਕਨੋਲੋਜੀਕਲ ਇਨਵੈਂਸ਼ਨਸ ਨੇ, ਡਿਸਕਵਰੀਜ਼ ਨੇ, ਜਿਵੇਂ ਕਿ ਮੋਬਾਈਲ ਫੋਨਸ। ਐਗਜ਼ਾਮਪਲ ਦਿੱਤੀ ਇਹਨਾਂ ਨੇ ਕਿ ਜਿਵੇਂ ਮੋਬਾਈਲ ਫੋਨਸ ਆਰ ਮੇਕਿੰਗ ਪੀਪਲ ਸੋਸ਼ਲੀ ਲੈਸ ਇੰਟਰੈਕਟਿਵ, ਉਹ ਲੋਕਾਂ ਨੂੰ, ਮਾਸਿਸ ਨੂੰ ਸੋਸ਼ਲੀ ਲੈਸ ਅਟਰੈਕਟਿਵ ਬਣਾ ਰਿਹਾ, ਉਹਨਾਂ ਦਾ ਕਨੈਕਸ਼ਨ ਨਹੀਂ ਬਣ ਰਿਹਾ ਪ੍ਰੋਪਰ ਸੋਸਾਇਟੀ ਦੇ ਵਿੱਚ, ਸੋਸ਼ਲੀ ਉਹ ਇੰਨੇ ਡਿਵੈਲਪਡ ਨਹੀਂ ਹੈਗੇ। ਇਹਦਾ ਕਾਰਨ ਕੀ ਆ ਟੈਕਨੋਲੋਜੀਕਲ ਇਨਵੈਂਸ਼ਨਸ। ਹੁਣ ਦੇਖੋ ਜਿਹੜੀ ਥੀਸਿਸ ਸਟੇਟਮੈਂਟ ਸੀਗੀ, ਮੈਂ ਤੁਹਾਡੇ ਲਈ ਅਲੱਗ ਨੀਚੇ ਗ੍ਰੀਨ ਕਲਰ ਦੇ ਵਿੱਚ ਲਿਖੀ, ਉਹਨਾਂ ਨੇ ਕੀ ਪੁੱਛਿਆ, ਡੂ ਯੂ ਐਗਰੀ ਔਰ ਡਿਸਐਗਰੀ। ਇਹ ਬੱਚੇ ਆਪਣੀ ਜਿਹੜੀ ਥੀਸਿਸ ਸਟੇਟਮੈਂਟ ਹੁੰਦੀ ਹੈਗੀ, ਆ ਸੀਗੀ ਆਪਣਾ ਕੁਐਸਚਨ, ਇਹ ਸੀਗਾ ਆਪਣਾ ਥੀਸਿਸ ਸਟੇਟਮੈਂਟ, ਕਿ ਥੀਸਿਸ ਦੇ ਵਿੱਚ ਆਪਾਂ ਨੂੰ ਕੀ ਚੀਜ਼ ਪੁੱਛੀ ਗਈ ਹੈਗੀ। ਹੁਣ ਉਹ ਕੀ ਆ ਕਿ ਤੁਸੀਂ ਐਗਰੀ ਕਰ ਰਹੇ ਹੋ ਜਾਂ ਤੁਸੀਂ ਡਿਸਐਗਰੀ ਕਰ ਰਹੇ ਹੋਗੇ। ਇਹ ਪ੍ਰੋਪਰ ਹੁਣ ਇਹਨੂੰ ਰੀਫਰੇਜ਼ ਕਰਨਾ ਸੀਗਾ ਤੇ ਥੀਸਿਸ ਲਾਈਨ ਲਿਖਣੀ ਸੀ। ਹੁਣ ਇਹਨੂੰ ਪ੍ਰੋਪਰ ਧਿਆਨ ਦੇ ਨਾਲ ਦੇਖੋ ਬੱਚੇ, ਕੀ ਆਊਗਾ। ਹੁਣ ਇੱਥੇ ਮੈਂ ਵਰਡ ਯੂਜ਼ ਕੀਤਾ ਹੈ, ਧਿਆਨ ਦੇ ਨਾਲ ਤੁਸੀਂ ਸਮਝੋ ਸਾਰੇ ਇਹਨੂੰ। ਸੋਫਿਸਟੀਕੇਟਡ ਟੈਕਨੋਲੋਜੀਕਲ ਐਡਵਾਂਸਮੈਂਟਸ। ਸੋਫਿਸਟੀਕੇਟਡ ਕੀ ਹੋ ਗਿਆ, ਜਿਹੜੀਆਂ ਸਮਾਰਟ ਟੈਕਨੋਲੋਜੀਜ਼ ਨੇ। ਸੋਫਿਸਟੀਕੇਟਡ ਦਾ ਮੀਨਿੰਗ ਕੀ ਹੋ ਗਿਆ, ਸਮਾਰਟ ਟੈਕਨੋਲੋਜੀ ਦੇ ਵਿੱਚ ਜਿਹੜੀਆਂ ਇਨਵੈਂਸ਼ਨਸ ਆ ਰਹੀਆਂ ਨੇ। ਆ ਦੇਖੋ ਇੱਧਰ ਸੀਗਾ ਨਾ ਟੈਕਨੋਲੋਜੀਕਲ ਇਨਵੈਂਸ਼ਨਸ, ਆਪਾਂ ਯੂਜ਼ ਕਰਤਾ ਸੋਫਿਸਟੀਕੇਟਡ ਟੈਕਨੋਲੋਜੀਕਲ ਐਡਵਾਂਸਮੈਂਟ। ਟੈਕਨੋਲੋਜੀਕਲ ਦਾ ਮੈਨੂੰ ਸਿਨੋਨੀਮ ਨਹੀਂ ਆਉਂਦਾ ਸੀ, ਮੈਂ ਗਲਤ ਨਹੀਂ ਲਿਖੂੰਗਾ, ਆਪਾਂ ਸੇਮ ਸਿਨੋਨੀਮ ਯੂਜ਼ ਕਰਕੇ, ਸੇਮ ਵਰਡ ਯੂਜ਼ ਕਰਕੇ ਇਨਵੈਂਸ਼ਨਸ ਦੀ ਜਗ੍ਹਾ ਆਪਾਂ ਕੀ ਕਰਤਾ, ਐਡਵਾਂਸਮੈਂਟ ਐਡ ਕਰਤਾ। ਉਹਨਾਂ ਨੇ ਕੀ ਕਿਹਾ, ਹੈਵ ਸੇਵਡ ਦਾ ਪਾਥ ਆਫ ਹਿਊਮਨ ਲਾਈਫ ਡਰਾਸਟਿਕਲੀ, ਵੀ ਉਹਨੇ ਹਿਊਮਨ ਲਾਈਫ ਦਾ ਪਾਥ ਸੀ, ਜਿਹੜਾ ਰਸਤਾ ਸੀ, ਉਹ ਬਚਾ ਲਿਆ, ਸੇਵ ਕਰ ਲਿਆ। ਹੁਣ ਨੈਕਸਟ ਉਹਨਾਂ ਨੇ ਕੀ ਕਿਹਾ ਸੀ, ਵੀ ਉਹ ਲੈਸ ਇੰਟਰੈਕਟਿਵ ਬਣਾ ਰਹੇ ਹੈਗੇ। ਉਹਦੇ ਚ ਕੀ ਆ ਗਿਆ ਦੇਖੋ, ਹਾਊਐਵਰ, ਜਦ ਕਿ ਇਟ ਇਜ਼ ਆਰਗਿਊਡ, ਆਪਣੇ ਕੋਲੇ ਆਰਗਿਊ ਵਾਲੀ ਲਾਈਨ ਸੀ, ਆਪਾਂ ਉਹ ਕੀ ਲੈ ਲਿਆ, ਆਰਗਿਊਡ ਬਾਈ ਫਿਊ ਇੰਡੀਵਿਜੂਅਲਸ। ਇੱਥੇ ਆਪਣੇ ਕੋਲੇ ਕੀ ਸੀ, ਸਮ ਪੀਪਲ, ਆਪਾਂ ਇੱਥੇ ਕੀ ਯੂਜ਼ ਕਰ ਲਿਆ, ਫਿਊ ਇੰਡੀਵਿਜੂਅਲਸ। ਡੈਟ ਡਿਸਕਵਰੀਜ਼, ਡਿਸਕਵਰੀਜ਼ ਮਤਲਬ ਕੀ, ਇਨਵੈਂਸ਼ਨਸ। ਕੰਪਰਾਈਜ਼ਿੰਗ, ਕੰਪਰਾਈਜ਼ਿੰਗ ਮਤਲਬ ਕੀ ਰਹਿੰਦੀ, ਜਿਵੇਂ ਕਿ ਇਨਕਲੂਡਡ ਆ, ਜਿਵੇਂ ਇੱਧਰ ਦਿੱਤਾ ਇਹਨਾਂ ਨੇ ਸੱਚ ਐਜ਼ ਮੋਬਾਈਲ ਫੋਨਸ, ਆਪਾਂ ਕੀ ਲਿਖਤਾ, ਕੰਪਰਾਈਜ਼ਿੰਗ ਸੈੱਲ ਫੋਨਸ। ਇਹ ਇੱਕ ਪ੍ਰੋਪਰ ਵੇ ਆ ਗਿਆ, ਆਪਾਂ ਸਿਨੋਨੀਮ ਯੂਜ਼ ਕਰ ਲਏ। ਦੇਖੋ ਟੈਕਨੋਲੋਜੀਕਲ ਐਡਵਾਂਸਮੈਂਟ ਦੀ ਜਗ੍ਹਾ ਸੋਫਿਸਟੀਕੇਟਡ ਟੈਕਨੋਲੋਜੀਕਲ ਐਡਵਾਂਸਮੈਂਟ ਆ ਗਿਆ। ਦੈਨ ਅੱਗੇ ਆਰਗਿਊਡ ਵਾਲੀ ਲਾਈਨ ਆ ਗਈ, ਇਟ ਇਜ਼ ਆਰਗਿਊਡ
few individual some people ਸੀਗਾ, ਆਪਾਂ ਨੂੰ synonym ਆਉਂਦਾ ਸੀ, ਆਪਾਂ ਕੀ ਚੇਂਜ ਕਰਤਾ few individuals ਲਗਾਤਾ ਉੱਥੇ। ਡੈਟ ਡਿਸਕਵਰੀਜ਼ ਕੀ ਵੀ ਜਿਹੜੀਆਂ ਇਨਵੈਂਸ਼ਨਸ ਹੋ ਰਹੀਆਂ ਨੇ ਕੰਪਰਾਈਜ਼ਿੰਗ ਸੈੱਲ ਫੋਨ, ਆਪਾਂ ਨੂੰ ਮੋਬਾਈਲ ਫੋਨ ਪਤਾ ਸੀਗਾ, ਮੋਬਾਈਲ ਫੋਨ ਦਾ synonym ਆਪਾਂ ਇੱਥੇ ਸੈੱਲ ਫੋਨ ਲਿਖਤਾ। ਹੈਵ ਡੋਮੀਨੇਟਡ ਪੀਪਲਜ਼ ਸੈਂਸ ਆਫ ਥਿੰਕਿੰਗ, ਕਿ ਲੋਕਾਂ ਦੀ ਜਿਹੜੀ ਸੈਂਸ ਆਫ ਥਿੰਕਿੰਗ ਆ ਉਹਨੂੰ ਇਫੈਕਟ ਕਰ ਰਿਹਾ, ਡੋਮੀਨੇਟ ਕਰ ਰਿਹਾ ਗਾ। ਸੋ ਇਹ ਆਪਣੀ ਸਟੇਟਮੈਂਟ ਆ ਗਈ, ਪ੍ਰੋਪਰ ਤੁਹਾਨੂੰ ਹਾਈਲਾਈਟ ਕਰਕੇ ਤੁਹਾਨੂੰ ਸਮਝਾਤਾ ਕਿ ਇਹ ਆਪਣੀ ਸਟੇਟਮੈਂਟ ਆ ਗਈ। ਆ ਚੀਜ਼ ਆ ਜਿਹੜੀ ਇਹ ਆਪਾਂ ਕੁਐਸਚਨ ਨੂੰ ਰੀਫਰੇਜ਼ ਕਰਤਾ ਆ ਸੈਂਟੈਂਸ ਦੇ ਵਿੱਚ। ਇਹ ਆਪਣਾ ਕੀ ਹੋ ਗਿਆ ਬੱਚੇ, ਕੁਐਸਚਨ ਰੀਫਰੇਜ਼ ਹੋ ਗਿਆ। ਰੀਫਰੇਜ਼ ਤੋਂ ਬਾਅਦ ਬੱਚੇ ਮੈਂ ਤੁਹਾਨੂੰ ਕੀ ਕਿਹਾ ਸੀ ਕਿ ਥੀਸਿਸ ਸਟੇਟਮੈਂਟ ਇੰਪੋਰਟੈਂਟ ਆ। ਥੀਸਿਸ ਸਟੇਟਮੈਂਟ ਦੇ ਵਿੱਚ ਕੀ ਸੀਗਾ, ਉਹਨਾਂ ਨੇ ਆਪਾਂ ਨੂੰ ਪੁੱਛਿਆ ਸੀ ਕਿ ਡੂ ਯੂ ਐਗਰੀ ਔਰ ਡਿਸਐਗਰੀ। ਹੁਣ ਐਗਰੀ ਤੇ ਡਿਸਐਗਰੀ ਵਾਲਾ ਪੁਆਇੰਟ ਸੀਗਾ, ਉਹ ਦੇਖੋ ਆਈ ਐਗਰੀ ਵਿਦ ਦਾ ਨੋਸ਼ਨ, ਮੈਂ ਇਹ ਨੋਸ਼ਨ ਦੇ ਨਾਲ, ਇਹ ਸਟੇਟਮੈਂਟ ਦੇ ਨਾਲ ਐਗਰੀ ਕਰਦਾ ਹਾਂ ਜਾਂ ਐਗਰੀ ਕਰਦੀ ਹਾਂ। ਓਇੰਗ ਟੂ, ਓਇੰਗ ਕੀ ਕਿ ਕਈ ਚੀਜ਼ਾਂ ਨੂੰ ਦੇਖਦੇ ਹੋਏ ਸਰਚ ਵਰਕਿੰਗ ਕਮਿਟਮੈਂਟ ਤੇ ਪ੍ਰਵੇਲੈਂਸ ਆਫ ਆਨਲਾਈਨ ਡਿਸਕਸ਼ਨਸ। ਹੁਣ ਇਹਦਾ ਮੀਨਿੰਗ ਕੀ ਹੋ ਗਿਆ ਬੱਚੇ, ਕਮਿਟਮੈਂਟਸ ਐਂਡ ਪ੍ਰੀਵੇਲੈਂਸ ਆਫ ਆਨਲਾਈਨ ਡਿਸਕਸ਼ਨਸ, ਵੀ ਜਿਹੜੀਆਂ ਸੋਸ਼ਲ ਮੀਡੀਆ ਦੀ ਜ਼ਿਆਦਾ ਯੂਜ਼ ਹੋ ਰਿਹਾ ਗਾ, ਜ਼ਿਆਦਾ ਚੀਜ਼ਾਂ ਆਨਲਾਈਨ ਹੋ ਗਈਆਂ, ਪੜ੍ਹਾਈ ਆਨਲਾਈਨ ਹੋ ਗਈ, ਮੀਟਿੰਗ ਸੀ ਉਹ ਆਨਲਾਈਨ ਹੋ ਗਈਆਂ, ਉਹਨਾਂ ਨੂੰ ਦੇਖਦੇ ਹੋਏ ਜਿਹੜੇ ਲੋਕਾਂ ਦਾ ਇਹਨਾਂ ਦਾ ਵੱਲ ਧਿਆਨ ਜਾ ਰਿਹਾ, ਤਾਂ ਮੈਂ ਉਹ ਚੀਜ਼ਾਂ ਨੂੰ, ਉਹ ਮੇਰੇ ਰੀਜ਼ਨਸ ਆ ਕਿ ਮੈਂ ਇਹ ਚੀਜ਼ ਦੇ ਨਾਲ ਐਗਰੀ ਕਰਦਾ ਹਾਂ। ਹੁਣ ਮੂਵਿੰਗ ਔਨ ਟੂ ਨੈਕਸਟ ਬੱਚੇ, ਇਹ ਆਪਣੀ ਜਿਹੜੀ ਸਟੇਟਮੈਂਟ ਇੰਨੀ ਸਟੇਟਮੈਂਟ ਆ ਗਈ, ਇਹ ਆਪਣੀ ਕੀ ਸੀਗੀ, ਥੀਸਿਸ ਸਟੇਟਮੈਂਟ ਆ ਗਈ। ਇਹ ਥੀਸਿਸ ਆ ਗਈ, ਆ ਰੀਫਰੇਜ਼ ਆ ਗਿਆ। ਹੁਣ ਆਪਣੇ ਕੋਲੇ ਆਪਣੀ ਇੰਟਰੋਡਕਸ਼ਨ ਹੋ ਗਈ ਪੂਰੀ 0.5 ਬੈਂਡ ਦੀ ਕਲੀਅਰ ਇੰਟਰੋਡਕਸ਼ਨ। ਆਪਾਂ ਨੂੰ 5.5 ਜਿਹੜਾ ਅੱਧਾ ਬੈਂਡ ਆਪਾਂ ਨੂੰ ਮਿਲਣਾ, ਉਹਨੂੰ ਕੋਈ ਵੀ ਨਹੀਂ ਖੋ ਸਕਦਾ ਆਪਣੇ ਤੋਂ, ਜਦੋਂ ਆਪਾਂ ਪ੍ਰੋਪਰ ਰੀਫਰੇਜ਼ ਤੇ ਥੀਸਿਸ ਲਿਖਤਾ ਉਹਦੇ ਵਿੱਚ। ਹੁਣ ਦੇਖੋ ਰਾਜੇ ਨੈਕਸਟ ਕਿ BP1 BP2 ਕਿਸ ਵੇ ਦੇ ਵਿੱਚ ਲਿਖੇ ਹੈਗੇ, ਐਗਜ਼ਾਮਪਲ ਲੈਤੀ ਆ ਪ੍ਰੋਪਰ। ਮੈਂ ਤੁਹਾਨੂੰ ਕੀ ਕਿਹਾ ਸੀਗਾ ਕਿ ਤੁਸੀਂ ਇੱਕ ਜਿਹੜਾ ਐਡ ਕਰਨਾਗਾ ਕਨੈਕਟਰ, ਟਾਸਕ ਸਟੇਟਮੈਂਟ 1 ਲਿਖਣ ਦੇ ਲਈ ਕਨੈਕਟਰ। ਦੇਖੋ ਆਪਾਂ ਕੀ ਯੂਜ਼ ਕਰ ਲਿਆ, ਕਮੈਂਸਿੰਗ ਵਿਦ, ਕੀ ਕਰ ਲਿਆ, ਕਮੈਂਸਿੰਗ ਵਿਦ ਕੇ ਸਟਾਰਟ ਵਿਦ, ਪਹਿਲਾ ਕਨੈਕਟਰ ਆ ਗਿਆ। ਦਾ ਮੋਸਟ ਪ੍ਰੋਮੀਨੈਂਟ ਰੀਜ਼ਨ, ਮੋਸਟ ਪ੍ਰੋਮੀਨੈਂਟ ਕੀ ਜਿਹੜਾ ਵੈਲ ਨੋਨ ਰੀਜ਼ਨ ਆਪਣਾ, ਇੰਡੀਵਿਜੂਅਲਸ, ਪੀਪਲ ਦੀ ਜਗ੍ਹਾ ਆਪਾਂ ਲਗਾ ਲਿਆ ਇੰਡੀਵਿਜੂਅਲਸ, ਟੈਂਡ ਟੂ ਲਿਵ ਅ ਹੈਕਟਿਕ ਲਾਈਫ। ਹੈਕਟਿਕ ਮਤਲਬ ਰਾਜੇ ਬਹੁਤ ਬਿਜ਼ੀ ਸਕੈਜੂਅਲ ਰਹਿੰਦਾ ਉਹਨਾਂ ਦਾ। ਵੈਨ ਸਰਾਊਂਡਡ ਬਾਈ ਟੈਕਨੋਲੋਜੀਕਲ ਗੈਜਟਸ, ਕਿ ਸਭ ਤੋਂ ਪਹਿਲਾ ਰੀਜ਼ਨ ਕੀ ਆ ਮੇਰਾ, ਕਿ ਲੋਕਾਂ ਦੀ ਲਾਈਫ ਆ ਜਿਹੜੀ ਉਹ ਜ਼ਿਆਦਾ ਬਿਜ਼ੀ ਹੋਊਗੀ ਜਦੋਂ ਉਹ ਟੈਕਨੋਲੋਜੀਕਲ ਗੈਜਟਸ ਦੇ ਆਸ-ਪਾਸ ਹੁੰਦੇ, ਉਹਨਾਂ ਨੂੰ ਯੂਜ਼ ਕਰਦੇ ਆਗੇ। ਟੂ ਇਲੈਬੋਰੇਟ ਇਟ, ਉਸ ਤੋਂ ਬਾਅਦ ਮੈਂ ਤੁਹਾਨੂੰ ਕਿਹਾ ਸੀ ਕਿ ਆਪਾਂ ਕੀ ਲਵਾਂਗੇ, ਇੱਕ ਐਗਜ਼ਾਮਪਲ ਐਡ ਕਰਾਂਗੇ, ਸੌਰੀ ਸਟੇਟਮੈਂਟ ਨੂੰ ਐਕਸਪਲੇਨ ਕਰਨਾ, ਤੇ ਉਹ ਕੀ ਆ ਗਿਆ, ਟੂ ਇਲੈਬੋਰੇਟ ਇਟ। ਉਹ ਆਪਾਂ ਪ੍ਰੋਪਰ ਤੁਹਾਨੂੰ ਮੈਂ ਕਨੈਕਟਰ ਦੱਸੇ ਸੀ, ਉਹ ਕਨੈਕਟਰ ਆ ਗਿਆ ਟੂ ਇਲੈਬੋਰੇਟ ਇਟ। ਆਪਾਂ ਕਨੈਕਟਰ ਵੀ ਇੱਕ ਵਾਰ ਸਾਈਡ ਤੇ ਰੱਖ ਲੈਂਦੇ ਹੈਗੇ ਇੱਧਰ, ਦੇਖੋ ਟੂ ਇਲੈਬੋਰੇਟ ਇਟ, ਇਲੈਬੋਰੇਟ ਇਟ ਵਾਲਾ ਕਨੈਕਟਰ ਆ ਗਿਆ। ਇੰਸਟੈਡ ਆਫ ਰਿਲਾਈਂਗ ਔਨ ਫੋਨਸ ਐਂਡ ਲੈਪਟਾਪਸ, ਕਿ ਲੈਪਟਾਪਸ ਤੇ ਫੋਨਸ ਤੇ ਰਹਿਣ ਦੇ ਬਜਾਏ ਜਿਹੜੇ ਫॉर ਆਪਰੇਸ਼ਨਲ ਟਾਸਕ, ਜਿਹੜੇ ਕੰਮ ਕਰਦੇ ਆ ਆਪਾਂ, ਆਪਰੇਟ ਕਰਦੇ ਆਪਾਂ, ਕੋਈ ਕੰਮ ਚਲਾ ਰਹੇ ਹਾਂ, ਆਪਰੇਸ਼ਨਲ ਟਾਸਕਸ ਦੇ ਲਈ ਜਿਹੜਾ ਐਵਰੀ ਟਾਈਪ ਆਫ ਵਰਕ, ਕਿ ਹਰ ਕਿਸਮ ਦਾ ਜਿਹੜਾ ਕੰਮ ਆ, ਚਾਹੇ ਉਹ ਹਾਊਸ ਹੋਲਡ ਆ, ਚਾਹੇ ਆਪਣਾ ਰਿਲੀਸਿੰਗ ਫ੍ਰੀ ਟਾਈਮ, ਬੀ ਇਟ ਹਾਊਸ ਹੋਲਡ ਕੋਰਸ ਔਰ ਰਿਲੀਸਿੰਗ ਫ੍ਰੀ ਟਾਈਮ, ਇਜ਼ ਡਨ ਵਿਦ ਦ ਹੈਲਪ ਆਫ ਥੀਸ ਟੈਕਨੀਕਲ ਗੈਜਟਸ, ਕਿ ਉਹ ਇਹ ਗੈਜਟਸ ਦੇ ਦੁਆਰਾ ਕੀਤਾ ਜਾ ਸਕਦਾ ਗਾ, ਟਾਈਮ ਵੀ ਸੇਵ ਕੀਤਾ ਜਾ ਸਕਦਾ, ਆਪਣੇ ਘਰ ਦੇ ਕੰਮ ਵੀ ਹੋ ਗਏ, ਆਪਣੇ ਫ੍ਰੀ ਟਾਈਮ ਵਰਕ ਵੀ ਆਪਾਂ ਗੈਜਟਸ ਦੀ ਮਦਦ ਦੇ ਨਾਲ ਕਰ ਸਕਦੇ ਆਂਗੇ। ਸੋ ਕਨੈਕਟਰਸ ਸੀਗੇ ਬੱਚੇ ਦੋ। ਪਹਿਲਾ ਕੀ ਸੀਗਾ, ਆਪਾਂ ਕਰਿਆ ਸੀ ਕਮੈਂਸਿੰਗ ਵਿਦ, ਦੇਖੋ ਕਮੈਂਸਿੰਗ ਵਿਦ ਵਾਲਾ ਕਨੈਕਟਰ ਆਪਾਂ ਸਟਾਰਟਿੰਗ ਦੇ ਵਿੱਚ ਲਗਾ ਲਿਆ। ਨੈਕਸਟ ਸੀਗਾ ਐਕਸਪਲੇਨ ਕਰਨ ਵਾਲਾ, ਉਹ ਆ ਗਿਆ ਟੂ ਇਲੈਬੋਰੇਟ ਇਟ, ਤਾਂ ਆਪਾਂ ਨੂੰ ਐਕਸਪਲੇਨ ਕਰਤਾ ਇੱਥੇ। ਹੁਣ ਨੈਕਸਟ ਦੇਖੋ ਬੱਚੇ, ਨੈਕਸਟ ਕੀ ਆਊਗਾ, ਥਰਸ ਦਾ ਮੀਨਿੰਗ ਕੀ ਸੀਗਾ ਰਾਜੇ, ਵੀ ਜਿਹੜਾ ਆਪਾਂ ਰਿਜ਼ਲਟ ਐਡ ਕਰਾਂਗੇ, ਕੋਈ ਦੱਸਾਂਗੇ। ਥਰਸ ਦਾ ਮਾਸਸ ਆਰ ਰਿਲਕਟੈਂਟ ਟੂ ਸਪੇਅਰ ਟਾਈਮ ਟੂ ਗੈਟ ਆਊਟ ਆਫ ਦਾ ਰੂਟੀਨ ਐਂਡ ਸੋਸ਼ਲਾਈਜ਼ ਵਿਦ ਫੈਮਿਲੀ ਮੈਂਬਰਸ, ਜਿਹੜੇ ਕਿ ਮਾਸਿਸ ਨੇ, ਪੀਪਲ ਦੀ ਜਗ੍ਹਾ ਆਪਾਂ ਮਾਸਿਸ ਯੂਜ਼ ਕਰ ਲਿਆ, ਉਹਨਾਂ ਨੂੰ ਆਪਦਾ ਸਪੇਅਰ ਟਾਈਮ ਹੀ ਨਹੀਂ ਮਿਲਦਾ ਹੈਗਾ ਉਹਦੇ ਵਿੱਚੋਂ, ਡੇਲੀ ਰੂਟੀਨ ਦੇ ਵਿੱਚੋਂ ਬਾਹਰ ਨਿਕਲਣ ਦੇ ਲਈ, ਤੇ ਸੋਸਾਇਟੀ ਮੈਂਬਰਾਂ ਦੇ ਵਿੱਚ
ਘੁਲਣ ਮਿਲਣ ਦੇ ਲਈ, ਟੂ ਸੋਸ਼ਲਾਈਜ਼ ਵਿਦ ਦ ਸੋਸਾਇਟੀ ਮੈਂਬਰਸ, ਕਿ ਉਹਨਾਂ ਨੂੰ ਇਹ ਮਿਲਦਾ ਹੀ ਨਹੀਂ ਹੈਗਾ। ਦੈਨ ਉਸ ਤੋਂ ਬਾਅਦ ਮੈਂ ਤੁਹਾਨੂੰ ਕਿਹਾ ਸੀ ਬੱਚੇ ਆਪਾਂ ਐਡ ਕਰਨੀ ਹੈਗੀ ਐਗਜ਼ਾਮਪਲ। ਦੇਖੋ ਇੱਥੇ ਐਗਜ਼ਾਮਪਲ ਐਡ ਕਰਤੀ। ਫॉर ਇੰਸਟੈਂਸ ਪਬਜੀ, ਹੁਣ ਪਬਜੀ ਆਪਣੇ 'ਚ ਕਿੰਨੀ ਪੋਪੂਲਰ ਆ, ਜਿਹਨੂੰ ਦੇਖੋ ਪਬਜੀ ਤੇ ਲੱਗਿਆ, ਜਿਹਨੂੰ ਦੇਖੋ ਲੁੱਡੋ ਗੇਮ ਹੀ ਖੇਡਦਾ ਰਹਿੰਦਾ ਸਾਰਾ ਦਿਨ। ਉਹ 'ਚ ਕੀ ਹੈਗਾ, ਫॉर ਐਗਜ਼ਾਮਪਲ ਆਪਾਂ ਇਹ ਕਨੈਕਟਰ ਯੂਜ਼ ਕਰਿਆ ਫॉर ਇੰਸਟੈਂਸ ਪਬਜੀ ਐਂਡ ਲੁੱਡੋ ਵਿਚ ਆਰ ਯੂਜ਼ਡ ਬਾਈ ਅ ਮਿਰੀਅਡ ਆਫ ਡਿਵੈਲਰਸ। ਡਿਵੈਲਰਸ ਦਾ ਮੀਨਿੰਗ ਕੀ ਹੋ ਗਿਆ ਬੱਚੇ, ਪੀਪਲਸ। ਮਿਰੀਅਡ ਦਾ ਨੰਬਰ ਕੀ ਹੋ ਗਿਆ, ਜਿਹੜਾ ਬਹੁਤ ਸਾਰੇ ਲੋਕਾਂ ਦੁਆਰਾ ਕੀਤਾ ਜਾਂਦਾਗਾ। ਟੂ ਅਟੇਨ ਅਮਿਊਜ਼ਮੈਂਟ ਐਗਰੋ, ਹੁਣ ਉਹਦਾ ਰਿਜ਼ਲਟ ਮੈਂ ਤੁਹਾਨੂੰ ਕਿਹਾ ਸੀ ਨਾ ਆਪਾਂ ਐਗਜ਼ਾਮਪਲ ਦੇਣੀ ਹੈ, ਰਿਜ਼ਲਟ ਮੈਂਸ਼ਨ ਕਰਨਾ। ਹੁਣ ਰਿਜ਼ਲਟ ਕੀ ਆ ਜਾਊਗਾ, ਗੈਜਟਸ ਹੈਵ ਲੈਫਟ ਨੋ ਟਾਈਮ ਟੂ ਲੁੱਕ ਫॉर ਸਮਥਿੰਗ ਐਲਸ, ਵੀ ਜਿਹੜੇ ਗੈਜਟਸ ਆਪਾਂ ਯੂਜ਼ ਕਰ ਰਹੇ ਹਾਂਗੇ ਉਹ ਆਪਾਂ ਨੂੰ ਹੋਰ ਟਾਈਮ ਦਿੰਦੇ ਹੀ ਨਹੀਂ ਕਿਸੇ ਹੋਰ ਚੀਜ਼ ਵੱਲ ਧਿਆਨ ਦੇਣ ਦੇ ਲਈ। ਪ੍ਰੋਪਰਲੀ ਐਕਸਪਲੇਨ ਕਰਤਾ ਆਪਾਂ ਕਿ ਮੋਬਾਈਲ ਫੋਨ ਦਾ ਜਿਹੜੇ ਉਹ ਡੇਲੀ ਵਰਕ ਦੇ ਵਿੱਚ, ਆਪਰੇਸ਼ਨਲ ਵਰਕ ਦੇ ਨਾਲ ਨਾਲ ਆਪਾਂ ਘਰ ਦੇ ਕੰਮਾਂ 'ਚ ਵੀ ਯੂਜ਼ ਕਰ ਸਕਦੇ ਹਾਂਗੇ। ਦੈਨ ਉਹਨੂੰ ਆਪਾਂ ਕੀ ਕਹਤਾ, ਐਕਸਪਲੇਨ ਕਰਤਾ ਕਿ ਇਕੱਲੇ ਘਰ ਦੇ ਕੰਮ, ਇਕੱਲੇ ਉਹਦੇ ਨਾਲ ਆਪਰੇਸ਼ਨਲ ਨਹੀਂ, ਘਰ ਦੇ ਕੰਮ ਵੀ ਹੋ ਸਕਦੇ ਹੈਗੇ। ਪ੍ਰੋਪਰ ਉਹਨੂੰ ਐਕਸਪਲੇਨ ਕਰਤਾ। ਹੁਣ ਇੱਧਰ ਸੀਗਾ ਪਹਿਲਾ ਕਨੈਕਟਰ ਆ ਗਿਆ ਕਮੈਂਸਿੰਗ ਵਿਦ, ਟੂ ਕਮੈਂਸ ਵਿਦ। ਦੈਨ ਆ ਗਿਆ ਟੂ ਐਕਸਪਲੇਨ ਇਟ, ਟੂ ਇਲੈਬੋਰੇਟ ਇਟ। ਇਹ ਦੋਨੇ ਕਨੈਕਟਰ ਆਪਣੇ ਕੋਲੇ ਇੱਥੇ ਆ ਗਏ। ਦੈਨ ਆਪਾਂ ਕੀ ਯੂਜ਼ ਕਰਿਆ ਸੀਗਾ, ਐਗਜ਼ਾਮਪਲ ਦੇਣੀ ਸੀ ਆਪਾਂ। ਐਗਜ਼ਾਮਪਲ ਦੇਣ ਦੇ ਲਈ ਆਪਾਂ ਕਿਹੜਾ ਕਨੈਕਟਰ ਯੂਜ਼ ਕਰਿਆ, ਫॉर ਇੰਸਟੈਂਸ। ਐਗਜ਼ਾਮਪਲ ਦੇ ਕੇ ਆਪਾਂ ਉਹਦਾ ਰਿਜ਼ਲਟ ਮੈਂਸ਼ਨ ਕਰਤਾ ਐਗਰੋ। ਐਗਰੋ ਵਰਡ ਬੱਚੇ ਹਮੇਸ਼ਾ ਆਪਾਂ ਰਿਜ਼ਲਟ ਦੇ ਲਈ ਹੀ ਯੂਜ਼ ਕਰਦੇ ਹੁੰਦੇ ਆਂਗੇ। ਐਗਰੋ ਵਰਡ ਹਮੇਸ਼ਾ ਰਿਜ਼ਲਟ ਮੈਂਸ਼ਨ ਕਰਦਾ। ਸੋ ਇਹਦੇ ਵਿੱਚ ਆਪਾਂ ਕੀ ਕੀਤਾ, ਦੇਖੋ ਕਨੈਕਟਰਸ ਯੂਜ਼ ਕੀਤੇ ਜਿਹੜੇ ਮੈਂ ਤੁਹਾਨੂੰ ਨੋਟ ਡਾਊਨ ਕਰਵਾਏ ਨੇ। ਸਭ ਤੋਂ ਪਹਿਲਾਂ ਕਿ ਆਪਾਂ ਕੀ ਕੀਤਾ, ਟਾਸਕ ਸਟੇਟਮੈਂਟ 1 ਲਿਖੀ, ਆ ਆਪਣੀ ਟਾਸਕ ਸਟੇਟਮੈਂਟ 1 ਆ ਗਈ। ਦੈਨ ਉਹਨੂੰ ਆਪਾਂ ਐਕਸਪਲੇਨ ਕੀਤਾ, ਟੂ ਇਲੈਬੋਰੇਟ ਇਟ। ਦੈਨ ਉਹਨੂੰ ਕੀ ਕੀਤਾ ਆਪਾਂ, ਐਗਜ਼ਾਮਪਲ ਦਿੱਤੀ ਫॉर ਇੰਸਟੈਂਸ। ਕਾਦੀ ਐਗਜ਼ਾਮਪਲ ਦਿੱਤੀ ਆਪਾਂ, ਗੇਮ ਦੀ ਦਿੱਤੀ, ਇੱਕ ਰੀਅਲ ਲਾਈਫ ਐਗਜ਼ਾਮਪਲ ਦਿੱਤੀ ਪਬਜੀ ਤੇ ਲੁੱਡੋ ਦੀ। ਦੈਨ ਨੈਕਸਟ ਆਪਾਂ ਕੀ ਕੀਤਾ, ਉਹਦਾ ਰਿਜ਼ਲਟ ਮੈਂਸ਼ਨ ਕਰਤਾ ਐਗਰੋ ਵਰਡ ਯੂਜ਼ ਕਰਕੇ। ਉੱਥੇ ਉਹਦਾ ਰਿਜ਼ਲਟ ਮੈਂਸ਼ਨ ਹੋ ਗਿਆ। ਆਪਣਾ ਬੀਪੀ ਪੈਰਾਗ੍ਰਾਫ 1 ਆ ਜਿਹੜਾ ਫੁੱਲ ਇਨਫੋਰਮੇਸ਼ਨ ਦੇ ਨਾਲ ਆਪਾਂ ਡਿਟੇਲ ਦੇ ਨਾਲ ਰਾਈਟ ਡਾਊਨ ਕਰਤਾ। ਬੀਪੀ 1 ਆਪਣਾ ਕੰਪਲੀਟ ਹੋ ਗਿਆ। ਦੈਨ ਮੂਵਿੰਗ ਔਨ ਟੂ ਬੀਪੀ 2। ਹੁਣ ਬੀਪੀ 2 ਦੇ ਵਿੱਚ ਕੀ ਆਊਗਾ ਬੱਚੇ, ਆਪਣੇ ਕਿਹੜੇ ਕਨੈਕਟਰਸ ਸੀਗੇ, ਕਨੈਕਟਰ ਆਪਾਂ ਯੂਜ਼ ਕੀਤੇ ਸੀਗੇ ਮੂਵਿੰਗ ਫਰਦਰ। ਹੁਣ ਇਧਰ ਧਿਆਨ ਦੇ ਨਾਲ ਦੇਖਿਓ ਕਨੈਕਟਰਸ। ਮੂਵਿੰਗ ਫਰਦਰ ਅਨਦਰ ਵਰਥ ਕੰਸੀਡਰਿੰਗ ਰੀਜ਼ਨ ਇਜ਼ ਦਾ, ਕਿ ਇਦੋਂ ਬਾਅਦ ਇੱਕ ਹੋਰ ਰੀਜ਼ਨ ਕੀ ਹੈਗਾ ਕਿ ਜਿਹੜਾ ਆਪਾਂ ਕੰਸੀਡਰ ਕਰਦੇ ਹਾਂ, ਇਜ਼ ਦਾ ਟ੍ਰੈਂਡ ਆਫ ਆਨਲਾਈਨ ਕਨਵਰਸੇਸ਼ਨ, ਕਿ ਜਿਹੜਾ ਅੱਜ ਕੱਲ ਦਾ ਟਾਈਮ ਆ, ਅੱਜ ਕੱਲ ਦਾ ਟ੍ਰੈਂਡ ਆ, ਉਹ ਆਨਲਾਈਨ ਕਨਵਰਸੇਸ਼ਨ ਦਾ ਟ੍ਰੈਂਡ ਆ। ਟੂ ਐਕਸਪਲੇਨ ਇਟ ਮੋਰ, ਦੇਖੋ ਆਪਣਾ ਕਨੈਕਟਰ ਸੀਗਾ ਟੂ ਐਕਸਪਲੇਨ ਇਟ ਮੋਰ, ਆਪਾਂ ਉਹ ਯੂਜ਼ ਕਰ ਲਿਆ। ਸਿੰਸ ਮੋਸਟ ਆਫ ਦਾ ਟਾਕਸ ਇਨਕਮ ਪਾਸਿੰਗ, ਇਨਕਮ ਪਾਸਿੰਗ ਦਾ ਮੀਨਿੰਗ ਕੀ ਹੋ ਗਿਆ ਬੱਚੇ, ਜਿਹਦੇ ਕਿ ਇਹ ਚੀਜ਼ਾਂ ਇਨਕਲੂਡ ਨੇ, ਇਨਕਲੂਡਿੰਗ ਸਟੱਡੀ ਲੈਕਚਰਸ, ਪ੍ਰੋਫੈਸ਼ਨਲ ਮੀਟਿੰਗਸ ਆਰ ਕੰਡਕਟਡ ਆਨਲਾਈਨ ਰੈਦਰ ਦੈਨ ਫੇਸ ਟੂ ਫੇਸ। ਤੇ ਇੱਕ ਹੋਰ ਇੰਪੋਰਟੈਂਟ ਰੀਜ਼ਨ ਕੀ ਹੈਗਾ ਕਿ ਜਿਹੜਾ ਟ੍ਰੈਂਡ ਹੈਗਾ ਆਨਲਾਈਨ ਕਨਵਰਸੇਸ਼ਨ ਦਾ, ਆਹ ਵਰਡ ਆਪਾਂ ਮੈਂਸ਼ਨ ਕਰਤਾ ਕਿ ਆਨਲਾਈਨ ਕਨਵਰਸੇਸ਼ਨ ਦਾ ਟ੍ਰੈਂਡ ਹੈ ਜੀ। ਉਹਦੇ ਵਿੱਚ ਕੀ ਆ, ਮੈਨੂੰ ਜੇ ਜ਼ਿਆਦਾ ਐਕਸਪਲੇਨ ਕਰਕੇ ਮੈਂ ਤੁਹਾਨੂੰ ਦੱਸਦਾ ਤਾਂ ਇਹਦਾ ਮੀਨਿੰਗ ਕੀ ਬਣਿਆ ਕਿ ਜਿਹੜੀਆਂ ਜ਼ਿਆਦਾ ਟਾਕਸ ਨੇ ਅੱਜ ਕੱਲ੍ਹ ਦੀਆਂ, ਜਿਵੇਂ ਕਿ ਸਟੱਡੀ ਲੈਕਚਰਸ ਹੋ ਗਏ, ਆਪਣੀਆਂ ਪ੍ਰੋਫੈਸ਼ਨਲ ਮੀਟਿੰਗਸ ਹੋ ਗਈਆਂ, ਇਹ ਸਾਰੀਆਂ ਕੰਡਕਟ ਆਨਲਾਈਨ ਕੀਤੀਆਂ ਜਾਂਦੀਆਂ ਨੇ ਰੈਦਰ ਦੈਨ ਫੇਸ ਟੂ ਫੇਸ। ਕਿ ਮੈਂ ਕਿਉਂ ਐਗਰੀ ਹਾਂ, ਮੇਰਾ ਦੂਸਰਾ ਰੀਜ਼ਨ ਇਹ ਹੈਗਾ ਕਿ ਇਹ ਜਿਹੜੇ ਸਾਰੇ ਅੱਜ ਕੱਲ੍ਹ ਦਾ ਟਾਈਮ ਆ ਉਹ ਆਨਲਾਈਨ ਕਨਵਰਸੇਸ਼ਨ ਦਾ ਟਾਈਮ ਆ। ਅੱਜ ਕੱਲ੍ਹ ਨਹੀਂ ਫੇਸ ਟੂ ਫੇਸ ਮਿਲਦੇ ਆਪਾਂ, ਸਾਰੇ ਲੈਕਚਰ ਆ ਜਿਹੜੇ ਆਪਣੇ ਪ੍ਰੋਫੈਸ਼ਨਲ ਮੀਟਿੰਗਸ ਨੇ। ਹੁਣ ਲੈਕਚਰ ਮੈਂ ਵੀ ਤੁਹਾਨੂੰ ਆਨਲਾਈਨ ਵੀਡੀਓ ਤੇ ਦੇ ਰਿਹਾਗਾ, ਫੇਸ ਟੂ ਫੇਸ ਤਾਂ ਨਹੀਂ ਨਾ ਆਪਾਂ ਕਰ ਰਹੇ। ਤਾਂ ਉਹ ਚੀਜ਼ ਆ ਗਿਆ ਕਿ ਉਹ ਆਨਲਾਈਨ ਕੀਤੇ ਜਾਂਦੇ ਆ ਰੈਦਰ ਦੈਨ ਫੇਸ ਟੂ ਫੇਸ। ਦੈਨ ਅੱਗੇ ਉਹਦਾ ਪੁਆਇੰਟ ਕੀ ਆ ਗਿਆ, ਇਟ ਮੇਕ ਪੀਪਲ ਬੇਅਰਫਿਟ ਆਫ ਨੈਚੁਰਲ ਅਬਿਲਿਟੀਜ਼। ਬੇਅਰਫਿਟ ਦਾ ਮੀਨਿੰਗ ਕੀ ਹੋ ਗਿਆ ਰਾਜੇ, ਕਿ ਲੋਕਾਂ ਨੂੰ ਉਹ ਚੀਜ਼ ਤੋਂ ਅਣਜਾਣ ਬਣਾ ਦਿੰਦਾ ਉਹ। ਇਟ ਮੇਕਸ ਪੀਪਲ ਬੇਅਰਫਿਟ ਆਫ ਨੈਚੁਰਲ ਅਬਿਲਿਟੀਜ਼ ਟੂ ਇਨੀਸ਼ੀਏਟ ਅ ਟਾਕ ਵਿਦ ਐਨੀਵਨ, ਕਿ ਲੋਕਾਂ ਨੂੰ ਉਹ ਚੀਜ਼ ਤੋਂ ਅਵੇਅਰਨੈਸ ਨਹੀਂ ਰਹਿੰਦੀ ਕਿ ਕਿਵੇਂ ਆਪਾਂ ਕਿਸੇ ਨਾਲ ਗੱਲ ਕਰ ਸਕਦੇ ਹਾਂ। ਟੂ ਇਨੀਸ਼ੀਏਟ ਅ ਟਾਕ ਵਿਦ ਐਨੀਵਨ। ਹੁਣ ਨੈਕਸਟ ਮੈਂ ਤੁਹਾਨੂੰ ਕੀ ਕਿਹਾ ਸੀਗਾ ਬੱਚੇ ਕਿ ਐਗਜ਼ਾਮਪਲ ਐਡ ਕਰਨੀ ਆ। ਟੇਕ ਐਨ ਐਗਜ਼ਾਮਪਲ, ਇੱਕ ਐਗਜ਼ਾਮਪਲ ਲੈ ਲਈ। Numerous youngsters find it difficult to talk to any stranger when they have to deal with customers at their work। ਕਿ ਬਹੁਤ ਸਾਰੇ ਲੋਕ ਆ
ਆਪਾਂ ਡੇਲੀ ਦੇਖਦੇ ਆਂਗੇ ਸ਼ਾਪਸ ਦੇ ਉੱਪਰ ਜਿਹੜੇ ਆਪਣਾ ਕੰਮ ਕਰਦੇ ਆ ਉਹ ਲੋਕਾਂ ਦੇ ਲਈ ਉਹਨਾਂ ਜ਼ਿਆਦਾ ਉਹਨਾਂ ਨੂੰ ਜਿਹੜਾ ਫੇਸ ਨਹੀਂ ਕਰ ਸਕਦੇ, ਉਹਨਾਂ ਨੂੰ ਡਿਫਿਕਲਟੀਜ਼ ਆਉਂਦੀਆਂ ਨੇ ਲੋਕਾਂ ਨੂੰ ਫੇਸ ਟੂ ਫੇਸ ਕਰਨ ਦੇ ਲਈ, ਚਾਹੇ ਉਹ ਆਨਲਾਈਨ ਕੁਝ ਵੀ ਕਰ ਰਿਹਾ ਬਟ ਫੇਸ ਟੂ ਫੇਸ ਉਹਨਾਂ ਨੂੰ ਬਹੁਤ ਜ਼ਿਆਦਾ ਡਿਫਿਕਲਟੀਆਂ ਆਉਂਦੀਆਂ ਨੇ ਜਦੋਂ ਉਹ ਕਿਸੇ ਵੀ ਸਟ੍ਰੇਂਜਰ ਨੂੰ ਮਿਲਦੇ ਹੈਗੇ। ਦੈਨ ਅੱਗੇ ਕੀ ਆ ਗਿਆ, ਕੌਨਸੀਕੁਐਂਟਲੀ। ਮੈਂ ਤੁਹਾਨੂੰ ਕਿਹਾ ਸੀ ਕਿ ਆਪਾਂ ਇਹਦਾ ਰਿਜ਼ਲਟ ਮੈਂਸ਼ਨ ਕਰਾਂਗੇ, ਇਹਦਾ ਇਫੈਕਟ ਮੈਂਸ਼ਨ ਕਰਾਂਗੇ। ਕੌਨਸੀਕੁਐਂਟਲੀ ਇਟ ਜਿਓਪਰਡਾਈਜ਼ ਦਾ ਮੀਨਿੰਗ ਹੁੰਦਾ ਹੈਗਾ ਰਾਜੇ ਹਾਰਮ ਕਰਦਾ, ਇਫੈਕਟ ਕਰਦਾਗਾ ਨਾਟ ਓਨਲੀ देयर ਕੈਰੀਅਰ ਪ੍ਰੋਸਪੈਕਟ, ਕਿ ਨਾ ਕਿ ਉਹਨਾਂ ਦੇ ਕੈਰੀਅਰ ਆਉਣ ਵਾਲੇ ਕੈਰੀਅਰ ਦੇ ਵਿੱਚ, ਬਟ ਆਲਸੋ ਦਾ ਕੁਆਲਿਟੀ ਆਫ ਲਾਈਫ, ਕਿ ਉਹਨਾਂ ਦੀ ਲਾਈਫ ਦੀ ਕੁਆਲਿਟੀ ਨੂੰ ਵੀ ਇਹ ਚੀਜ਼ ਹੈ ਜਿਹੜੀ ਇਫੈਕਟ ਕਰਦੀ ਹੈਗੀ। ਸੋ ਇਹ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ ਰਾਜੇ। ਟਾਸਕ 1 2 ਦਾ ਜਿਹੜਾ BP ਪੈਰਾਗ੍ਰਾਫ 2 ਸੀ ਉਹਦੇ ਵਿੱਚ ਆਪਾਂ ਕਨੈਕਟਰ ਯੂਜ਼ ਕਰਿਆ ਮੂਵਿੰਗ ਫਰਦਰ, ਜਿਵੇਂ ਕਿ ਤੁਹਾਨੂੰ ਇੱਧਰ ਸਕਰੀਨ ਦੇ ਉੱਪਰ ਦਿਖਾਈ ਦੇ ਰਿਹਾ ਹੈਗਾ ਮੂਵਿੰਗ ਫਰਦਰ। ਦੈਨ ਆਪਾਂ ਉਹਨੂੰ ਕੀ ਕਰਤਾ, ਟੂ ਐਕਸਪਲੇਨ ਇਟ ਮੋਰ, ਸੈਕਿੰਡ ਇਹ ਯੂਜ਼ ਕਰ ਲਿਆ। ਦੈਨ ਆਪਾਂ ਕੀ ਯੂਜ਼ ਕਰਿਆ ਬੱਚੇ, ਟੇਕ ਐਨ ਐਗਜ਼ਾਮਪਲ ਵੀ ਆਪਾਂ ਮੈਂਸ਼ਨ ਕਰਤੀ। ਦੈਨ ਆਪਾਂ ਉਹਦਾ ਰਿਜ਼ਲਟ ਵੀ ਮੈਂਸ਼ਨ ਕਰਤਾ। ਟਾਸਕ ਸਟੇਟਮੈਂਟ 2 ਸੀ ਜਿਹੜੀ ਆਪਣਾ BP 2 ਸੀਗਾ ਉਹ ਕੰਪਲੀਟ ਇਨਫੋਰਮੇਸ਼ਨ ਦੇ ਨਾਲ ਆਪਾਂ ਆਪਣੇ ਐਗਜ਼ਾਮ ਦੇ ਵਿੱਚ ਲਿਖ ਆਏ। ਪ੍ਰੋਪਰ 2.5 ਬੈਂਡ ਦਾ ਸੀਗਾ। ਆਪਾਂ ਨੂੰ ਈਜ਼ੀਲੀ ਜੇ ਤੁਸੀਂ ਇਹ ਸਟਰਕਚਰ ਯੂਜ਼ ਕਰਦੇ ਹੋ ਬੱਚੇ ਤਾਂ ਤੁਹਾਨੂੰ 2 ਬੈਂਡ ਇੱਕ BP ਦੇ ਵਿੱਚੋਂ 2.5 ਦੇ ਵਿੱਚੋਂ 2 ਪੁਆਇੰਟ ਮੇਰੀ ਸ਼ੋਰਿਟੀ ਆ ਜੇ ਤੁਸੀਂ ਇਹ ਸਟਰਕਚਰ ਯੂਜ਼ ਕਰਕੇ ਲਿਖਦੇ ਹੋਗੇ। ਦੈਨ ਮੂਵਿੰਗ ਔਨ ਬੱਚੇ BP 1 ਵੀ ਹੋ ਗਿਆ 2 ਵੀ ਹੋ ਗਿਆ। ਆਪਣਾ ਰਹਿ ਕੀ ਗਿਆ ਕਨਕਲੂਜਨ ਦੇਖੋ ਬੱਚੇ ਆਪਾਂ ਪਹਿਲਾ ਵਰਡ ਉਹਦੇ ਵਿੱਚ ਯੂਜ਼ ਕਰ ਲਿਆ ਟੂ ਕਨਕਲੂਡ, ਕਿ ਸਾਰੀ ਸਟੇਟਮੈਂਟ ਨੂੰ ਆਪਾਂ ਕਨਕਲੂਡ ਕਰਕੇ ਕੀ ਨਤੀਜਾ ਕੱਢਦੇ ਆਂਗੇ। even though electronic possession have become an imperative part of life, ਕਿ ਜਿਹੜਾ ਇਲੈਕਟ੍ਰੋਨਿਕ ਪੋਜੈਸ਼ਨ ਆ, ਇਲੈਕਟ੍ਰੋਨਿਕ ਜਿਹੜਾ ਮੀਡੀਆ ਆਇਆ, ਇਹ ਗੈਜਟਸ ਆਇਆ, ਉਹ ਆਪਣਾ ਇੱਕ ਇੰਪੋਰਟੈਂਟ ਪਾਰਟ ਬਣ ਗਿਆ ਲਾਈਫ ਦਾ। ਪ੍ਰੀਡਿਕਾਮੈਂਟਸ ਦਾ ਮੀਨਿੰਗ ਕੀ ਹੁੰਦਾ ਬੱਚੇ, ਜਿਹੜੀਆਂ ਆਪਾਂ ਨੂੰ ਪ੍ਰੋਬਲਮਸ ਆਉਂਦੀਆਂ ਨੇ। ਪ੍ਰੀਡਿਕਾਮੈਂਟਸ ਮੀਨਸ ਪ੍ਰੋਬਲਮਸ। ਅਫਿਕਸ ਦਾ ਮੀਨਿੰਗ ਕੀ ਹੋ ਗਿਆ, ਕਿ ਜਿਹੜੀਆਂ ਰਿਲੇਟ ਕਰਦੀਆਂ ਨੇ, ਮੈਚ ਕਰਦੀਆਂ ਨੇ with the social interaction can not be surmounted ਦਾ ਮੀਨਿੰਗ ਕੀ ਹੋ ਗਿਆ, ਕਿ ਉਹਨਾਂ ਨੂੰ ਆਪਾਂ ਉਹਨਾਂ ਚਿਰ ਸੋਲਵ ਨਹੀਂ ਕਰ ਸਕਦੇ ਹੈਗੇ unless ਜਿੰਨਾ ਚਿਰ there is a meager use of these gadgets। meager use ਦਾ ਮਤਲਬ ਕੀ ਹੋ ਗਿਆ ਬੱਚੇ, less use, poor use ਨੂੰ ਆਪਾਂ ਕਹਿ ਸਕਦੇ ਹਾਂਗੇ। ਟਾਸਕ ਸਟੇਟਮੈਂਟ 1 ਤੇ 2 ਰੀਫਰੇਜ਼ ਕਰਨੀ ਸੀਗੀ ਨਾ, ਆਪਾਂ ਪਹਿਲੀ ਸਟੇਟਮੈਂਟ ਕੀ ਦੇਤੀ ਕਿ ਜੀ ਇਹ ਇੰਪੋਰਟੈਂਟ ਹੈਗਾ ਕਿਉਂਕਿ ਇਹ ਆਪਣਾ ਜ਼ਿਆਦਾ ਇੰਪੋਰਟੈਂਟ ਪਾਰਟ ਬਣ ਗਿਆ ਇਲੈਕਟ੍ਰੋਨਿਕ ਮੀਡੀਆ ਦਾ ਜਿਹੜਾ। ਦੈਨ ਆਪਾਂ ਕੀ ਕਹਤਾ ਕਿ ਇਹ ਪ੍ਰੋਬਲਮ ਫਿਕਸ ਨਹੀਂ ਹੋ ਸਕਦੀ ਕਿ ਜਿੰਨਾ ਚਿਰ ਇਹ ਗੈਜਟਸ ਦੀ ਯੂਜ਼ ਨਾ ਘਟਾਈ ਜਾ ਸਕੇ, ਕਿ ਇਹਨਾਂ ਦੀ ਪੂਅਰ ਯੂਜ਼ ਨਾ ਹੋਵੇ, ਉਹਨਾਂ ਚਿਰ ਆਪਾਂ ਜਿਹੜੀਆਂ ਪ੍ਰੀਡਿਕਾਮੈਂਟਸ ਆ, ਜਿਹੜੀਆਂ ਪ੍ਰੋਬਲਮਸ ਨੇ ਰਿਲੇਟ ਕਰਦੀਆਂ ਨੇ ਸੋਸ਼ਲ ਇੰਟਰੈਕਸ਼ਨ ਦੇ ਲਈ, ਉਹਨਾਂ ਨੂੰ ਆਪਾਂ ਸਰਮਾਊਂਟਡ ਸੋਲਵ ਨਹੀਂ ਕਰ ਸਕਦੇ ਜਿੰਨਾ ਚਿਰ ਆਪਾਂ ਇਹਨਾਂ ਦੀ ਯੂਜ਼ ਆ ਜਿਹੜੀ ਉਹ ਘੱਟ ਨਹੀਂ ਕਰਾਂਗੇ। ਸੋ ਇਹ ਸਾਰਾ ਬੱਚੇ ਕਨਕਲੂਜਨ ਸੀਗਾ ਆਪਣਾ। ਆਪਾਂ ਸਿਰਫ ਇੱਕ ਕਨੈਕਟਰ ਯੂਜ਼ ਕੀਤਾ ਟੂ ਕਨਕਲੂਡ। ਦੈਨ ਆਪਾਂ ਕੀ ਕਰ ਲਿਆ, ਟਾਸਕ ਸਟੇਟਮੈਂਟ 1 ਕਰਤੀ, ਇੱਥੇ ਟਾਸਕ ਸਟੇਟਮੈਂਟ 2, ਦੋਨਾਂ ਨੂੰ ਕੀ ਕਰਤਾ ਆਪਾਂ ਰੀਫਰੇਜ਼ ਕਰਤਾ ਦੋਨੇ ਸਟੇਟਮੈਂਟਾਂ ਨੂੰ। ਤਾਂ ਆਪਣਾ ਕਨਕਲੂਜਨ ਸੀਗਾ ਜਿਹੜਾ 0.5 ਬੈਂਡ ਦਾ, ਉਹ ਪ੍ਰੋਪਰ ਆਪਾਂ ਡਨ ਕਰਤਾ। ਹੁਣ ਆਪਾਂ ਟੋਟਲ ਵੀਡੀਓ ਇਹ ਦੇਖ ਕੇ ਤੁਹਾਨੂੰ ਇੰਨਾ ਤਾਂ ਕਲੀਅਰ ਹੋ ਗਿਆ ਹੋਊਗਾ ਕਿ ਹਾਂਜੀ ਆਪਾਂ ਇੰਟਰੋਡਕਸ਼ਨ ਕਿਵੇਂ ਲਿਖਾਂਗੇ, BP 1 ਸਟਾਰਟ ਕਿਵੇਂ ਕਰਨਾ, ਕਨੈਕਟਰ ਕਿਵੇਂ ਪਾਉਣੇ ਆ, ਐਗਜ਼ਾਮਪਲ ਕਿਵੇਂ ਪਾਉਣੀ ਹੈਗੀ, ਇਹ ਚੀਜ਼ਾਂ ਤੁਹਾਨੂੰ ਵੀਡੀਓ ਦੇ ਵਿੱਚ ਕਲੀਅਰ ਹੋ ਗਈਆਂ ਹੋਣਗੀਆਂ। ਤੇ ਮੋਸਟ ਇੰਪੋਰਟੈਂਟ ਬੱਚੇ ਜੇ ਤੁਸੀਂ ਇਹ ਸਟਰਕਚਰ ਯੂਜ਼ ਕਰਦੇ ਹੋ ਤਾਂ 6 ਦੇ ਵਿੱਚੋਂ 5 ਬੈਂਡ ਤੁਹਾਡੇ ਟਾਸਕ 2 ਦੇ ਵਿੱਚੋਂ 6 ਦੇ ਵਿੱਚੋਂ 5 ਬੈਂਡ ਤੁਹਾਡੇ ਕਿਤੇ ਨਹੀਂ ਗਏ ਜੇ ਤੁਸੀਂ ਇਹ ਪ੍ਰੋਪਰ ਐਗਜ਼ਾਮਪਲ ਦਾ ਜਿਹੜੀਆਂ ਉਹਨਾਂ ਨੂੰ ਐਡ ਕਰਕੇ ਲਿਖਦੇ ਹੋ। ਕਿਸੇ ਵੀ ਬੱਚੇ ਨੂੰ ਇਹ ਸੈਂਪਲ ਆਨਸਰ ਚਾਹੀਦਾ ਹੋਇਆ ਤਾਂ ਮੈਨੂੰ ਮੈਸੇਜ ਕਰ ਸਕਦੇ ਹੋ, ਤੁਹਾਨੂੰ ਸੈਂਪਲ ਆਨਸਰ ਪ੍ਰੋਵਾਈਡ ਕਰੂੰਗਾ ਮੈਂ। ਤੇ ਜੇ ਤੁਹਾਨੂੰ ਮੇਰੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਬੱਚੇ, ਉਹਨਾਂ ਨੂੰ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ। ਕਮੈਂਟ ਕਰਕੇ ਜ਼ਰੂਰ ਦੱਸੋ ਕਿ ਇਹ ਵੀਡੀਓ ਤੁਹਾਡੇ ਲਈ ਕਿੰਨੀ ਕੁ ਹੈਲਪਫੁਲ ਰਹੀ, ਕਿੰਨੀ ਕੁ ਤੁਹਾਨੂੰ ਨੌਲੇਜ ਮਿਲੀ ਹੈ ਵੀਡੀਓ ਤੋਂ, ਤੇ ਤੁਹਾਡੀ ਰਾਈਟਿੰਗ ਇੰਪਰੂਵ ਹੋਈ ਆ ਜਾਂ ਨਹੀਂ, ਤਾਂ ਕਿ ਨੈਕਸਟ ਟਾਈਮ ਮੈਂ ਤੁਹਾਡੇ ਲਈ ਹੋਰ ਵਧੀਆ ਵੀਡੀਓਜ਼ ਬਣਾ ਸਕਾਂ। ਸੋ ਫॉर ਮੋਰ ਵੀਡੀਓਜ਼ ਸਟੇ ਟਿਊਨ। ਥੈਂਕ ਯੂ।